ਮੁਹੱਲਾ ਕਲੀਨਿਕ ਤੋਂ ਗੇਅਰ ਸ਼ਿਫਟ ਹੋ ਕੇ ਮਾਨ ਸਾਹਿਬ ਦਾ ਸਿੱਧਾ ਵਿਰੋਧੀਆਂ ਤੇ ਕਿਵੇਂ ਦੇਖਦੇ ਹੋ ਅੱਜ ਵਾਲੀ ਜਿਹੜੀ ਸਪੀਚ ਸੀ? ਕਿਵੇਂ ਲੋਕਾਂ ਦੇ ਪੈਸੇ ਨੂੰ ਇਹਨਾਂ ਨੇ ਖਿੱਦੋ ਦੀਆਂ ਲੀਰਾਂ ਵਾਂਗੂ ਖੰਡਾਇਆ। ਸਟਾਮ ਆਨਲਾਈਨ ਕਰ ਮਿਲੋ ਜੀ, ਆਨਲਾਈਨ ਰਜਿਸਟਰੀਆਂ ਹੋਣ। ਇੱਕ ਦੂਸਰੇ ਤੇ ਪਾਰਟੀ ਤੇ ਪਰਸਨਲ ਤੰਜਬਾਜ਼ੀ ਜਿਹੜੀ ਹੈ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਕਿ ਪਿਛਲਿਆਂ ਨੇ ਕੀ ਕੀਤਾ ਉਹ ਸਭ ਛੱਡ ਕੇ ਇਹ ਫੋਕਸ ਹੋਵੇ ਕਿ ਮੈਂ ਕੀ ਕਰਨਾ। ਤੁਹਾਡੀ ਸਰਕਾਰ ਜਿਹੜੀ ਹੈ ਉਹ ਸਾਰੇ ਸੂਬੇ ਦੀ ਸਰਕਾਰ ਹੈ, ਤੁਹਾਨੂੰ ਆਪਣਾ ਏਜੰਡਾ ਲੈ ਕੇ ਅੱਗੇ ਤੁਰਨਾ ਚਾਹੀਦਾ। ਉਹ ਕਹਿੰਦੇ ਨੇ ਜਦ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਤੇ ਹੈ, ਭੌਂਕਣ ਦਿਓ, ਲੈਟ them ਵਰਕ। ਤੁਸੀਂ ਆਪਣਾ ਕੰਮ ਕਰੋ, ਲੋਕਾਂ ਨੂੰ ਦੱਸੋ ਕਿ ਅਸੀਂ ਕੀ ਕਰਨਾ। ਮਾਨ ਸਾਹਿਬ ਕਹਿੰਦੇ ਸੀ ਤਸਵੀਰਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ। ਮਾਨ ਸਾਹਿਬ ਕਹਿੰਦੇ ਸੀ ਸਿਕਿਉਰਿਟੀ ਕਾਦੀ, ਇਹ ਚੌਂ ਕਰਕੇ ਜਾਂਦੇ ਨੇ ਤੇ ਮਾਨ ਸਾਹਿਬ ਦੇ ਕੋਲ ਸਭ ਤੋਂ ਜ਼ਿਆਦਾ ਸਿਕਿਉਰਿਟੀ ਹੈ। ਇਸੇ ਤਰ੍ਹਾਂ ਜਦੋਂ ਹੁਣ ਆਪਾਂ ਬਾਦਲ ਸਾਹਿਬ ਦੀ ਜਦੋਂ ਉਹ ਲੱਗੀ ਹੁੰਦੀ ਸੀ ਫੋਟੋ ਐਂਬੂਲੈਂਸ ਦੇ ਉੱਪਰ, ਉਹਨੂੰ ਤਾਂ ਅਸੀਂ ਪਾੜਦੇ ਰਹੇ ਆ, ਪਰ ਆਪਣੀਆਂ ਜਿਹੜੀਆਂ ਫੋਟੋਆਂ ਨੇ ਉਹ ਈਵਨ ਆਪਾਂ ਰਾਸ਼ਨ ਵੰਡਣ ਵੇਲੇ ਬੋਰੀਆਂ ਤੇ ਵੀ ਲਵਾ ਲੀਆਂ, ਈਵਨ ਅਸੀਂ ਮੁਹੱਲਾ ਕਲੀਨਿਕਾਂ ਤੇ ਲਵਾ ਲੀਆਂ। ਉਹਦੇ ਤੁਸੀਂ ਇੱਕ ਬੋਰਡ ਦੇ ਉੱਤੇ ਅਗਰ ਦੇਖੋ ਤਾਂ ਕਿੰਨਾ ਖਰਚਾ ਹੋਇਆ ਹੋਊਗਾ। ਉਹ ਸਿਰਫ 20 ਫੁੱਟ ਦੇ ਫਾਸਲੇ ਤੇ ਇੱਕ ਬੋਰਡ ਮਤਲਬ ਕਿ ਲੱਗੇ ਹੋਏ ਇੱਥੇ 3-4 ਬੋਰਡ ਅਸੀਂ ਦੇਖੇ ਤੇ ਅਸੀਂ ਸਾਰਿਆਂ ਨੇ ਪੁਆਇੰਟ ਆਊਟ ਕੀਤਾ, ਮੇਰੇ ਬੱਚਿਆਂ ਨੇ ਪੁਆਇੰਟ ਆਊਟ ਕੀਤਾ ਕਿ ਜੀ ਇਹ ਦੇਖੋ ਕਿੰਨਾ ਸਾਡਾ ਪੰਜਾਬ ਦਾ ਪੈਸਾ ਜਿਹੜਾ ਇਸ ਤਰ੍ਹਾਂ ਰੁੜਿਆ। ਸਾਡੀ ਸਰਕਾਰ ਨੇ ਪਿਛਲੇ ਹਫ਼ਤੇ ਦੇ ਵਿੱਚ ਇੰਨੇ ਕੰਮ ਕਰਤੇ, ਅਗਲੇ ਹਫ਼ਤੇ ਅਸੀਂ ਇੰਨੇ ਕੰਮ ਕਰਾਂਗੇ, ਉਹ ਜਾਰੀ ਕਰਿਆ ਕਰਨਗੇ। ਬਾਅਦ ਵਿੱਚ ਪਤਾ ਲੱਗਿਆ ਕਿ ਜੀ ਇਹ ਤਾਂ ਮੀਡੀਆ ਨੂੰ ਫੇਸ ਨਹੀਂ ਕਰ ਸਕਦੇ ਸੀ, ਇਸ ਕਰਕੇ ਸਟੂਡੀਓ ਬਣਾਇਆ। ਸਿਸਟਮ ਦੇ ਵਿੱਚ ਸ਼ਾਇਦ ਇੰਨੀ ਤਾਕਤ ਹੋਣੀ ਚਾਹੀਦੀ ਹੈ ਕਿ ਉਹ ਸਰਕਾਰ ਨੂੰ ਵੀ ਨਾ ਕਹਿ ਸਕੇ। ਐਸਾ ਸਿਸਟਮ ਨੀਚੇ ਬਣ ਗਿਆ, ਇੱਕ ਲੇਅਰ ਬਣ ਚੁੱਕੀ ਹੈਗੀ ਹੈ ਸਿਸਟਮ ਦੀ, ਜਿੱਥੇ ਧੜੇਬੰਦੀ ਕਹਿ ਲਓ ਜਾਂ ਆਪਣਾ ਪੱਖ ਕਹਿ ਲਓ ਉਹ ਸਾਹਮਣੇ ਆ ਜਾਂਦਾ, ਜਿੱਥੇ ਆਪੋ ਆਪਣੇ ਇਨਵੈਸਟਡ ਇੰਟਰਸਟ ਆ। ਇਹ ਕਾਂਗਰਸੀ ਹੈ ਜੀ, ਇਹ ਅਕਾਲੀ ਹੈ ਜੀ, ਇਹ ਫਲਾਣੇ ਪਾਰਟੀ ਦਾ ਜੀ, ਇਹਦਾ ਮੈਂ ਕੰਮ ਨਹੀਂ ਕਰਨਾ ਜੀ, ਫਲਾਣੇ ਦਾ ਕੰਮ ਕਰਨਾ। ਤੇ ਅਗਰ ਲਾ ਨੂੰ ਧਿਆਨ 'ਚ ਰੱਖਦੇ ਹੋਏ, ਸੰਵਿਧਾਨ ਨੂੰ ਧਿਆਨ 'ਚ ਰੱਖਦੇ ਹੋਏ ਕੰਮ ਕੀਤਾ ਜਾਵੇ ਤਾਂ ਮੈਂ ਸਮਝਦਾ ਲੋਕਾਂ ਦੇ ਬਹੁਤੇ ਵੱਡੇ ਕੰਮ ਨਹੀਂ ਹੈਗੇ ਪੰਜਾਬ ਦੇ। ਡਾਕਟਰ ਸਾਹਿਬ, ਇਹ ਕਿਹਾ ਜਾਂਦਾ ਕਿ ਰੋਜ਼ਗਾਰ ਦੇ ਕਾਰਨ ਇੱਥੇ ਬੇਰੋਜ਼ਗਾਰੀ ਹੈ, ਤਾਂ ਕਰਕੇ ਇੱਥੋਂ ਬ੍ਰੇਨ ਡਰੇਨ ਹੋ ਰਿਹਾ, ਤਾਂ ਕਰਕੇ ਲੋਕ ਕੈਨੇਡਾ US ਵਾਲੇ ਪਾਸੇ ਚੱਲਦੇ, ਜਿਹੜਾ ਕਿ ਉਹ ਸਿਸਟਮ ਦੀ ਵਜ੍ਹਾ ਨਾਲ ਉੱਥੇ ਜਾਂਦੇ ਨੇ। ਕਿਉਂਕਿ ਉੱਥੇ ਜੇ ਕਿਸੇ ਨੇ ਲਾਈਟ ਕ੍ਰੋਸ ਕੀਤੀ ਹੈ ਨਾ ਤਾਂ ਕਿਸੇ ਦੇ ਕੋਈ MLA ਜਾਂ MP ਜਾਂ ਕਿਸੇ ਦਾ ਫੋਨ ਨਹੀਂ ਆਉਂਦਾ ਕਿ ਉਹ ਛੱਡ ਦੇ, ਤੇ ਉਹ ਛੱਡ ਦਿੱਤਾ ਜਾਂਦਾ। ਇੱਕ ਹੁੰਦਾ ਸੋਸ਼ਲ ਸਿਕਿਉਰਿਟੀ। ਸੋਸ਼ਲ ਸਿਕਿਉਰਿਟੀ ਹਰ ਵਿਅਕਤੀ ਭਾਲਦਾ ਹੈ। ਅੱਜ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇੱਕ ਥਾਣੇਦਾਰ ਵੀ ਆਪਣੀ ਧੀ ਦੀ ਇੱਜ਼ਤ ਨਹੀਂ ਬਚਾ ਸਕਿਆ। ਸਾਨੂੰ ਤਾਂ ਇਹ ਨਹੀਂ ਪਤਾ ਕਦੋਂ ਸਾਡੇ ਕੋਲ ਆ ਕੇ ਕੌਣ ਖੜ ਦੇ ਵਿੱਚ ਆ ਕੇ ਕੋਈ ਲੀਡਰੀ ਕਹਿ ਦੇ ਭਾਈ ਫੈਕਟਰੀ ਬੰਦ ਕਰਨੀ ਤਾਂ ਇੰਨੇ ਪੈਸੇ ਮਹੀਨੇ ਦੇ ਲਵਾਂਗੇ। ਇਹ ਚੀਜ਼ਾਂ ਦੀ ਸਿਕਿਉਰਿਟੀ ਕਿਹਨੇ ਦੇਣੀ ਹੈ? ਇਹ ਸਰਕਾਰ ਨੇ ਦੇਣੀ ਹੈ, ਸਟੇਟ ਦਾ ਕੰਮ ਹੈ। ਸਰਦਾਰ ਭਗਵੰਤ ਮਾਨ ਜੀ ਨਾਲ ਕੋਈ ਐਸੋਸੀਏਸ਼ਨ ਨਹੀਂ ਹੈਗੀ, ਪਰ ਮੈਂ ਮਹਿਸੂਸ ਕਰਦਾ ਕਿ ਐਜ਼ ਏ ਮੈਨ, ਐਜ਼ ਏ ਇੰਡੀਵਿਜੂਅਲ ਭਗਵੰਤ ਮਾਨ ਜੀ ਤੇ ਕੋਈ ਐਸਾ ਦਾਗ ਨਹੀਂ ਹੈਗਾ। ਕੋਈ ਉਹਨਾਂ ਬਾਰੇ ਇਹ ਨਹੀਂ ਕਹਿ ਸਕਦਾ ਕਿ ਹੀ ਇਜ਼ ਏ ਕਰਪਟ। ਪੰਜਾਬ ਦੇ ਵਿੱਚ ਸਰਕਾਰ ਦੀਆਂ 150 ਡਿਸਪੈਂਸਰੀਆਂ ਇਸ ਵੇਲੇ ਬਿਨਾਂ ਡਾਕਟਰਾਂ ਤੋਂ, ਇਹਨਾਂ ਪੋਸਟਾਂ ਨੂੰ ਵੀ ਭਰਨ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ। ਜਿਹੜੀ ਤੁਹਾਡੇ ਕੋਲ ਪੋਸਟਾਂ ਆਲਰੇਡੀ ਐਗਜ਼ਿਸਟ ਕਰਦੀਆਂ ਨੇ ਉਹਨਾਂ ਪੋਸਟਾਂ ਨੂੰ ਤਾਂ ਤੁਸੀਂ ਭਰੋ। ਸਾਡੇ ਕੋਈ ਕੇਂਦਰ ਚੱਲ ਰਹੇ ਸੀ, PSC ਚੱਲ ਰਿਹਾ ਸੀ, ਉਹਨੂੰ ਤੋੜ ਕੇ ਬੰਦ ਕਰਕੇ ਉੱਥੇ ਮੁਹੱਲਾ ਕਲੀਨਿਕ ਬਣਾਉਣਾ, ਉਹ ਗਲਤ ਗੱਲਾਂ ਸੀਗੀਆਂ। ਉਹਨਾਂ ਤੇ ਵਾਕਈ ਅਸੀਂ ਵੀ ਉਹਦੇ ਤੇ ਆਬਜੈਕਸ਼ਨ ਕਰਦੇ ਰਹੇ ਹਾਂ, ਆਵਾਜ਼ ਉਠਾਉਂਦੇ ਰਹੇ ਹਾਂ। ਜਿਹੜਾ ਮੇਰਾ ਭਾਈਚਾਰਾ ਹੈਗਾ ਡਾਕਟਰਾਂ ਦਾ, ਉਹ ਤੁਹਾਡੇ ਮੇਰੇ ਇਸ ਡਿਸਕਸ਼ਨ ਨੂੰ ਸੁਣ ਕੇ ਸ਼ਾਇਦ ਮੇਰਾ ਬਹੁਤ ਵੱਡਾ ਵਿਰੋਧ ਕਰੇਗਾ, ਕਿਉਂਕਿ ਮੈਂ ਇੱਕ ਸੱਚ ਕਹਿਣ ਲੱਗਿਆ ਤੁਹਾਡੇ ਕੋਲ ਕਿ ਪ੍ਰਾਈਵੇਟ ਵੱਡੇ ਹਸਪੀਟਲ ਜਿਹੜੇ ਨੇ ਉਹਨਾਂ ਨੂੰ MBBS ਨਹੀਂ, ਉਹਨਾਂ ਨੂੰ HR ਚਲਾ ਰਹੇ ਨੇ। ਵੱਡੇ ਹਸਪੀਟਲ ਦੇ ਵਿੱਚ ਡਾਕਟਰਸ ਨੂੰ ਪੈਕੇਜ ਦਿੱਤਾ ਜਾਂਦਾ ਫॉर ਬਿਜ਼ਨਸ, ਨਾਟ ਫॉर। ਕਿ ਸਾਡਾ ਹਸਪੀਟਲ ਦੇ ਵਿੱਚ ਡਾਇਲਿਸਿਸ ਦੀਆਂ 5 ਮਸ਼ੀਨਾਂ ਨੇ ਔਰ ਇਹ ਮਸ਼ੀਨਾਂ ਇੰਨੇ ਕਰਜ਼ੇ ਤੇ ਨੇ, ਇਹਦੇ 'ਚ ਜੇ ਇੰਨੇ ਮਰੀਜ਼ ਤੁਸੀਂ ਮਹੀਨੇ ਦੇ ਵਿੱਚ ਕੱਢੋਗੇ ਤਾਂ ਸਾਡਾ ਇੰਨਾ ਕਰਜ਼ਾ ਲੈਂਦਾ। 2 ਲੱਖ ਰੁਪਇਆ ਮਹੀਨਾ ਜਾਂ 5 ਲੱਖ ਰੁਪਇਆ ਮਹੀਨਾ ਤਾਂ ਅਸੀਂ ਤੁਹਾਨੂੰ ਦੇ ਸਕਦੇ ਜੇ ਤੁਸੀਂ ਇੰਨਾ ਟਾਰਗੇਟ। ਔਰ ਇਹ ਅਸੀਂ ਆਮ ਦੇਖਦੇ ਹਾਂ, ਸਾਡੇ ਕੋਲ ਕੰਪਲੇਂਟਸ ਆਉਂਦੀਆਂ ਨੇ ਵੱਡੇ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਉਲਝਾਇਆ ਜਾਂਦਾ। ਮਾੜੀ ਜਿਹੀ ਚੈਸਟ ਪੇਨ ਹੋਈ ਨਹੀਂ ਤੇ ਚੱਲ ਵੀ ਐਨਜੀਓ ਚੱਲ, ਐਨਜੀਓਗ੍ਰਾਫੀ ਹੁੰਦੀ ਹੈ, ਨਾਲ ਦੀ ਨਾਲ ਐਨਜੀਓਪਲਾਸਟੀ ਉੱਤੇ ਸਟੰਟ ਪਾਏ ਜਾਂਦੇ ਨੇ।
ਇਹ ਆਪਾਂ ਆਪ ਲੋਕਾਂ ਨਾਲ ਸਾਡੇ ਨਾਲ ਬੀਤੇ ਹੋਏ ਨੇ। ਸਾਡੇ ਆਪਣੇ ਵੀ ਬੀਂਗ ਡਾਕਟਰ, ਜੇ ਮੇਰੇ ਛਾਤੀ 'ਚ ਦਰਦ ਹੋਵੇ ਤਾਂ ਮੇਰਾ ਡਰ ਲੱਗਦਾ ਮੈਨੂੰ ਕਿ ਮੈਂ ਪ੍ਰਾਈਵੇਟ ਜਾਵਾਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿੰਡ ਦਾ ਵੇ। ਜੀ ਹਾਂ, ਨਜ਼ਰ ਅੱਜ ਭਗਵੰਤ ਮਾਨ ਤੇ ਰਹੇਗੀ ਕਿਉਂਕਿ ਧੂਰੀ ਦੇ ਵਿੱਚ ਜੋ ਬੋਲੇ ਤਾਂ ਬੜੇ ਦੱਬ ਕੇ ਬੋਲੇ, ਵਿਰੋਧੀਆਂ ਦੇ ਵਰ ਕੇ ਬੋਲੇ। ਵਿਰੋਧੀਆਂ ਨੂੰ ਸਗੋਂ ਛਿਪਕਲੀ ਦੀ ਯਾਨੀ ਕਿ ਕਿਰਲੀ ਦੀ ਪੂੰਛ ਤੱਕ ਕਹਿ ਦਿੱਤਾ। ਕਹਿੰਦੇ ਜਿਵੇਂ ਪੂੰਛ ਜਦੋਂ ਕਿਰਲੀ ਦੀ ਅੱਡ ਹੋ ਜਾਂਦੀ ਹੈ ਤੇ ਉਹ ਪੂੰਛ ਜਿਵੇਂ ਤੜਫਦੀ ਹੈ ਉਵੇਂ ਤੜਫ ਰਹੇ ਨੇ। ਤੇ ਸਵਾਲ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਤੇ ਵੀ ਖੜੇ ਕਰ ਦਿੱਤੇ ਤੇ ਨਾਲ ਹੀ ਮਨਪ੍ਰੀਤ ਬਾਦਲ ਨੂੰ ਵੀ ਨਹੀਂ ਬਖਸ਼ਿਆ। ਇਸੇ ਦੀ ਚਰਚਾ ਕਰਾਂਗੇ ਤੇ ਸਾਡੇ ਨਾਲ ਸਿਆਸੀ ਮਾਹਿਰ ਡਾਕਟਰ ਪਰਮਜੀਤ ਰਾਣੂ ਰਹਿਣਗੇ। ਆਓ ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਮੁਹੱਲਾ ਕਲੀਨਿਕ ਸੀ, 76 ਮੁਹੱਲਾ ਕਲੀਨਿਕ ਦੇ ਦਿੱਤਾ ਹੈ ਅੱਜ, ਪਰ ਮੁਹੱਲਾ ਕਲੀਨਿਕ ਤੋਂ ਗੇਅਰ ਸ਼ਿਫਟ ਹੋ ਕੇ ਮਾਨ ਸਾਹਿਬ ਦਾ ਸਿੱਧਾ ਵਿਰੋਧੀਆਂ ਤੇ ਆਇਆ, ਬੜਾ ਦੱਬ ਕੇ ਬੋਲੇ। ਕਾਕਾ ਜੀ ਤੇ ਬੀਬਾ ਜੀ ਤੱਕ ਦਾ ਜ਼ਿਕਰ ਕਰ ਦਿੱਤਾ ਤੇ ਮਨਪ੍ਰੀਤ ਬਾਦਲ ਤੱਕ ਦਾ ਜ਼ਿਕਰ ਕਰ ਦਿੱਤਾ, ਜਿਹੜੇ ਕਿ ਉਹਨਾਂ ਦੇ ਸਿਆਸੀ ਗੁਰੂ ਕਹੇ ਜਾਂਦੇ ਨੇ। ਕਿਵੇਂ ਦੇਖਦੇ ਹੋ ਅੱਜ ਵਾਲੀ ਜਿਹੜੀ ਸਪੀਚ ਸੀਗੀ? ਦੇਖੋ, ਐਜ਼ ਏ ਸੀਐਮ ਮੈਂ ਸਮਝਦਾ ਕਿ ਉੱਥੇ ਥੋੜਾ ਜਿਹਾ ਇਹਨਾਂ ਪੋਲੀਟੀਕਲ ਮਤਲਬ ਇੱਕ ਦੂਸਰੇ ਤੇ ਪਾਰਟੀ ਤੇ ਪਰਸਨਲ ਤੰਜਬਾਜ਼ੀ ਜਿਹੜੀ ਹੈ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਪਰ ਜੋ ਬੋਲੇ ਨੇ ਉਹ ਹੈ ਸੱਚੀ, ਉਹਦੇ 'ਚ ਕੋਈ ਝੂਠ ਵੀ ਨਹੀਂ ਹੈਗਾ। ਅੱਛਾ, ਜਿਹੜੇ ਜਗ੍ਹਾ ਤੇ ਉਹ ਬੋਲੇ ਨੇ, ਖਾਸ ਕਰਕੇ ਸੰਗਰੂਰ ਹਲਕੇ ਦੇ ਜਿਹੜੇ ਸਾਡੇ ਮਾਲਵੇ ਦੇ ਕਹਿ ਲਓ ਬਹੁਤ ਹੀ ਇਹੋ ਜਿਹੇ ਪਿੰਡ ਨੇ, ਉਹ ਰਾਜੋ ਮਾਜਰੇ ਵਰਗੇ, ਜਿੱਧਰ, ਕਿਉਂਕਿ ਮੈਂ ਖੁਦ ਸੰਗਰੂਰ ਡਿਸਟ੍ਰਿਕਟ ਕਰਦਾ, ਮੇਰਾ ਪਿਛਲਾ ਪਿੰਡ ਹਮੀਦੀ ਹੈ, ਮੈਨੂੰ ਉੱਥੋਂ ਦੇ ਲੋਕਾਂ ਦੇ ਸਵਾਦ ਪਤਾ ਹੈ। ਸੋ ਇੱਕ ਸਵਾਦ ਲੈਣ ਵਾਲੀ ਜਿਹੜੀ ਗੱਲ ਸੀਗੀ, ਉਹ ਸਵਾਦ ਲੈਣ ਲਈ ਉਹ ਮੌਕੇ ਦੀ ਨਜ਼ਾਕਤ ਸੀਗੀ ਤੇ ਜਿਹਦੇ 'ਚ ਉਸ ਲਹਿ ਦੇ ਵਿੱਚ ਬਹਿ ਕੇ ਉਹ ਸਵਾਦ ਲੈ ਗਏ ਔਰ ਲੋਕਾਂ ਨੂੰ ਉਹਦਾ ਸਵਾਦ ਲੋਕਾਂ ਨੇ ਵੀ ਲਿਆ। ਸੋ ਇੰਨਾ ਕਿ ਮੈਂ ਤਾਂ ਇਹਦੇ ਤੇ ਹਲੇ ਕਮੈਂਟ ਕਰ ਸਕਦਾ। ਪਰ ਡਾਕਟਰ ਸਾਹਿਬ, ਕੀ ਤੁਹਾਨੂੰ ਲੱਗਦਾ ਵੀ ਇਹ ਸਿਆਸਤ ਹੁਣ ਕਿਹੜੇ ਪਾਸੇ ਜਾ ਰਹੀ ਹੈ? ਆਖਰਕਾਰ ਪੰਜਾਬੀਆਂ ਨੂੰ ਕੀ ਮਿਲਿਆ? ਕਿਉਂਕਿ ਬਦਲਾਵ ਦੀ ਰਾਜਨੀਤੀ, ਬਦਲਾਵ ਵਾਸਤੇ ਆਏ ਸੀ। ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਪਾਰਟੀ ਨੂੰ ਇਹ ਕੋੜਾ ਘੁੱਟ ਭਰਨਾ ਪਏਗਾ ਕਿ ਪਿਛਲਿਆਂ ਨੇ ਕੀ ਕੀਤਾ, ਉਹ ਸਭ ਛੱਡ ਕੇ ਇਹ ਫੋਕਸ ਹੋਵੇ ਕਿ ਮੈਂ ਕੀ ਕਰਨਾ ਹੈ, ਸਾਡੀ ਸਰਕਾਰ ਕੀ ਕਰਨੀ ਹੈ? ਉਹ ਜੇ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤਾਂ ਆਪਾਂ ਬਹੁਤ ਕੁਝ ਕਰਨਾ ਹੈ। ਹਾਲੇ ਉਹ ਰਾਤੋਂ ਰਾਤ ਰੰਗਲਾ ਨਹੀਂ ਬਣਨਾ, ਤਾਂ ਫੋਕਸਡ ਹੋਣਾ ਜ਼ਰੂਰੀ ਨਹੀਂ? ਬਿਲਕੁਲ ਸੁਰਿੰਦਰ ਜੀ, ਦੇਖੋ ਐਕਚੁਅਲ ਦੇ ਵਿੱਚ ਇੱਕ ਗਰਿਮਾ ਹੁੰਦੀ ਹੈ ਪੋਸਟ ਦੀ। ਜਦੋਂ ਤੁਸੀਂ ਉਸ ਪੋਸਟ ਤੇ ਪਹੁੰਚ ਗਏ ਹੋ, ਉਸ ਤੋਂ ਬਾਅਦ ਤੁਸੀਂ ਸਾਰੇ ਸੂਬੇ ਦੇ ਮੁੱਖ ਮੰਤਰੀ ਹੋ ਔਰ ਤੁਹਾਡੀ ਸਰਕਾਰ ਜਿਹੜੀ ਹੈ ਉਹ ਸਾਰੇ ਸੂਬੇ ਦੀ ਸਰਕਾਰ ਹੈ। ਤੁਹਾਨੂੰ ਆਪਣਾ ਏਜੰਡਾ ਲੈ ਕੇ ਅੱਗੇ ਤੁਰਨਾ ਚਾਹੀਦਾ। ਉਹ ਕਹਿੰਦੇ ਨੇ ਜਬ ਹਾਥੀ ਚਲਤਾ ਹੈ ਤਾਂ ਕੁੱਤੇ ਭੌਂਕਤੇ ਹੈ, ਭੌਂਕਣ ਦੋ, ਲੈਟ them ਵਰਕ। ਤੁਸੀਂ ਆਪਣਾ ਕੰਮ ਕਰੋ, ਲੋਕਾਂ ਨੂੰ ਦੱਸੋ ਕਿ ਅਸੀਂ ਕੀ ਕਰਨਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਜਿਹੜੀ ਪਿਰਤ ਪਈ ਹੈ ਨਾ ਜੀ, ਇਹ ਪਿਰਤ ਕੈਪਟਨ ਅਮਰਿੰਦਰ ਸਿੰਘ ਜੀ ਦੇ ਵੇਲੇ ਤੋਂ 2002 ਤੋਂ ਪੈ ਗਈ ਕਿ ਵੰਡਾਟਾ ਪੋਲਿਟਿਕਸ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇੱਕ ਐਸੀ ਕਹਿ ਲਓ ਵੀ ਡੂੰਘਾਈ 'ਚ ਜੜ੍ਹਾਂ ਉਹਦੀਆਂ ਇੰਨੀਆਂ ਡੀਪ ਚਲੇ ਗਈਆਂ ਕਿ ਇੱਕ ਜਿਹੜਾ ਵੀ ਕੋਈ ਸੱਤਾ ਚਾਹੁੰਦਾ ਉਹ ਦੂਸਰੀ ਪਾਰਟੀ ਦੀਆਂ ਫਾਈਲਾਂ ਫਰੋਲਣ ਲੱਗ ਜਾਂਦਾ। ਫਿਰ ਉਹ ਵਿਜੀਲੈਂਸ ਇੱਕ ਐਸਾ ਹਥਿਆਰ ਲੱਭ ਲਿਆ ਇਹਨਾਂ ਨੇ ਕਿ ਇੱਕ ਦੂਸਰੇ ਨੂੰ ਉਹਦੇ ਤੇ ਇਹ ਮਹਿਸੂਸ ਕਰਦੇ ਨੇ ਕਿ ਸ਼ਾਇਦ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਵੀ ਉਹ ਇਸ ਕਰਕੇ ਖੁਸ਼ ਹੋ ਜਾਂਦੇ ਆ ਕਿ ਜੇ ਅਸੀਂ ਦੂਸਰੇ ਨੂੰ ਮਤਲਬ ਕਿ ਉਹਨਾਂ ਦੇ ਅਗੇਂਸਟ ਬੋਲਾਂਗੇ ਜਾਂ ਉਹਨਾਂ ਨੂੰ ਅਸੀਂ ਕੋਈ ਸਜ਼ਾ ਦੇਵਾਂਗੇ ਜਾਂ ਉਹਨਾਂ ਦੇ ਅਸੀਂ, ਜਿਵੇਂ ਹੁਣ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਸਾਰਿਆਂ ਨੂੰ ਡੱਕ ਦੂੰ, ਬਾਦਲਾਂ ਦੀਆਂ ਬੱਸਾਂ ਫੜ ਕੇ ਇਹਨਾਂ ਤੇ ਘੋੜਾ ਛਾਪ ਦੂੰ, ਮਤਲਬ ਇਹ ਜਿਹੜੀ ਮੈਂ ਖੁੰਡਾ ਫੇਰ ਦੂੰ, ਇਹ ਜਿਹੜੀਆਂ ਗੱਲਾਂ ਨੇ ਇਹ ਹੈਗੀਆਂ ਸਾਰੀਆਂ ਮਤਲਬ ਸਿਰਫ ਇੱਕ ਸਵਾਦ ਲੈਣ ਵਾਲੀਆਂ ਗੱਲਾਂ। ਅੱਛਾ, ਲੋਕਾਂ ਦੀ ਮਾਨਸਿਕਤਾ ਵੀ ਕੁਝ ਐਸੀ ਹੀ ਬਣ ਚੁੱਕੀ ਹੈ। ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਵੀ ਇਸ ਗੱਲ ਤੇ ਇਹਨਾਂ ਨੂੰ ਕਮੈਂਟ ਕਰਕੇ ਜਾਂ ਇਹਨਾਂ ਨੂੰ ਅੱਗੋਂ ਸਵਾਲ ਕਰਨਾ ਚਾਹੀਦਾ ਵੀ ਭਾਈ ਸਾਹਿਬ ਤੁਸੀਂ ਬਾਕੀਆਂ ਨੂੰ ਛੱਡੋ, ਉਹ ਤਾਂ ਬੀਤ ਗਿਆ, ਬੀਤੇ ਹੋਏ ਨੂੰ ਖਰੀਦ ਕੇ ਕੀ ਕਰਨਾ, ਆਪਾਂ ਅੱਗੋਂ ਵਧੀਏ ਤੇ ਤੁਸੀਂ ਆਪਣਾ ਜਿਹੜਾ ਰੋਡ ਮੈਪ ਆ ਉਹ ਸਾਨੂੰ ਦਿਖਾਓ ਤਾਂ ਕਿ ਸਾਡੀ ਜਿਹੜੀ ਜਵਾਨੀ ਆ ਉਹ ਪੁਰਾਣਿਆਂ ਦੇ ਲਾਰਿਆਂ ਨੂੰ ਦੇਖ ਕੇ ਜਾਂ ਪੁਰਾਣਿਆਂ ਦੇ ਡਰਾਏ ਹੋਏ ਜਿਹੜੇ ਬੱਚੇ ਸੀ ਸਾਡੇ ਵਿਦੇਸ਼ਾਂ ਚਲੇ ਗਏ, ਨੋ ਡਾਊਟ ਇਨ ਇਟ। ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਕਿ ਵਿੱਤ ਮੰਤਰੀ ਜਿਹੜੇ ਸੀ ਉਹ ਡਰਾਉਂਦੇ ਸੀ ਕਿ ਪੰਜਾਬ ਖਾਲੀ ਹੈ, ਖਜ਼ਾਨਾ ਖਾਲੀ ਹੈ, ਤੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਿਹਾ ਜੋ ਵਿੱਤ ਮੰਤਰੀ ਇਹੋ ਜਿਹਾ ਨਾਰਾ ਦੇ ਰਿਹਾ ਤਾਂ ਅਸੀਂ ਕਿਉਂ ਨਾ ਇੱਥੋਂ ਚੱਲੀਏ ਤੇ ਬਾਹਰ ਚੱਲੀਏ। ਬਿਲਕੁਲ ਠੀਕ ਹੈ ਗੱਲ ਇਹ ਉਹਨਾਂ ਦੀ, ਕੋਈ ਇਹਦੇ ਚ ਦੋ ਰਾਏ ਨਹੀਂ ਹੈ ਕਿ ਗਲਤ ਨਹੀਂ ਕਿਹਾ ਉਹਨਾਂ ਨੇ, ਪਰ ਆਪਾਂ ਜੋ ਕਰ ਰਹੇ ਹਾਂ ਉਹ ਇਹੋ ਜਿਹਾ ਕਰੀਏ ਕਿ ਸਾਨੂੰ ਉਹਨਾਂ ਦੇ ਐਗਜ਼ਾਮਪਲ ਦੇਣ ਦੀ ਲੋੜ ਨਾ ਪਵੇ। ਸੋ ਆਪਣੀ ਜਿਹੜੀ ਲਾਈਨ ਆਫ ਐਕਸ਼ਨ ਆ ਉਹਨੂੰ ਪੋਜ਼ਿਟਿਵ ਰੱਖੀਏ, ਉਹਨੂੰ ਵੱਡੀ ਕਰੀਏ, ਦੂਸਰੇ ਦੀ ਲਾਈਨ ਆਪੀ ਛੋਟੀ ਹੋ ਜਾਣੀ।
ਬਿਲਕੁਲ। ਪਰ ਡਾਕਟਰ ਸਾਹਿਬ ਹੁਣੇ ਥੋੜੀ ਦੇਰ ਪਹਿਲਾਂ ਮੇਰੀ ਡਿਬੇਟ ਚੱਲ ਰਹੀ ਸੀ, ਸਾਰੇ ਪਾਰਟੀਆਂ ਦੇ ਉੱਥੇ ਬੈਠੇ ਸੀ, ਪਰ ਨਾ ਉਹ ਦਿੱਕਤ ਕੀ ਆਉਂਦੀ ਹੈ ਕਿ ਜਦੋਂ ਵੀ ਕੋਈ ਡਿਬੇਟ ਜਾਂ ਕੋਈ ਸਵਾਲ ਜੇ ਕਿਸੇ ਪਾਰਟੀ ਆਗੂ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਉਸ ਲਾਈਨ ਤੇ ਨਹੀਂ ਆਉਂਦਾ। ਆਪਣੀ ਥਾਂ ਤੇ ਸਾਰੇ ਸਹੀ ਹੁੰਦੇ ਨੇ। ਗੱਲ ਆਉਂਦੀ ਹੈ ਤਸਵੀਰਾਂ ਦੀ। ਮੁਹੱਲਾ ਕਲੀਨਿਕ ਤੁਸੀਂ ਕਿਵੇਂ ਦੇਖਦੇ ਹੋ, ਤੇ ਮੁਹੱਲਾ ਕਲੀਨਿਕ 'ਚ ਜਿਹੜੀ ਤਸਵੀਰ ਲੱਗੀ ਹੈ ਮਾਨ ਸਾਹਿਬ ਦੀ, ਇਹਨਾਂ ਦੋਨਾਂ ਵਿੱਚ ਕਿਵੇਂ ਦੇਖਦੇ ਹੋ? ਕਿਉਂਕਿ ਜੇ ਮੁਹੱਲਾ ਕਲੀਨਿਕ ਵਾਲੇ ਪਾਸੇ ਦੇਖੀਏ ਤਾਂ ਲੱਗਦਾ ਕਿ ਬਹੁਤ ਵਧੀਆ ਉਪਰਾਲਾ, ਪੰਜਾਬ ਨੂੰ ਲੋੜ ਵੀ ਸੀ, ਆਮ ਲੋਕਾਂ ਵਾਸਤੇ ਉਹ ਬਹੁਤ ਸਹੂਲੀਅਤ ਹੈ। ਤਸਵੀਰ ਵਾਲੇ ਪਾਸੇ ਆਉਂਦੇ ਹੋ ਤਾਂ ਉਹ ਕਹਿੰਦੇ ਜੀ ਦੱਸੋ ਮਾਨ ਸਾਹਿਬ ਨਹੀਂ, ਜਾਂ ਤਾਂ ਵੀਡੀਓ ਹਾਲੇ ਤੱਕ ਸਾਹਮਣੇ ਪਈਆਂ। ਮਾਨ ਸਾਹਿਬ ਕਹਿੰਦੇ ਸੀ ਤਸਵੀਰਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ। ਮਾਨ ਸਾਹਿਬ ਕਹਿੰਦੇ ਸੀ ਸਿਕਿਉਰਿਟੀ ਕਾਹਦੀ, ਇਹ ਚੌਂ ਕਰਕੇ ਜਾਂਦੇ ਨੇ, ਤੇ ਮਾਨ ਸਾਹਿਬ ਦੇ ਕੋਲ ਸਭ ਤੋਂ ਜ਼ਿਆਦਾ ਸਿਕਿਉਰਿਟੀ ਹੈ। ਤਾਂ ਉੱਥੇ ਸਵਾਲ ਸੀਗੇ ਪਰ ਜਵਾਬ ਨਹੀਂ ਆਉਂਦੇ ਸੀ ਸਿੱਧੇ। ਤੁਸੀਂ ਕਿਉਂਕਿ ਸਿਆਸੀ ਮਾਹਿਰ ਹੋ, ਤੁਸੀਂ ਕਿਸੇ ਪਾਰਟੀ ਨਾਲ, ਇਹ ਸਾਰਿਆਂ ਨੂੰ ਕਿਵੇਂ ਦੇਖਦੇ ਹੋ? ਸੁਰਿੰਦਰ ਜੀ, ਤੁਸੀਂ 16 ਨੇ ਸਹੀ ਗੱਲ ਕਹੀ ਹੈ ਕਿ ਜਦੋਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਪਾ ਜੇ ਨਾ, ਉੱਥੇ ਫਿਰ ਇਹ ਗੱਲਾਂ ਜਿਹੜੀਆਂ ਨੇ ਇਹ ਖੁਦ ਨੂੰ ਹੀ ਇਹਨਾਂ ਨੂੰ ਇੱਕ ਐਸੇ ਸਵਾਲ ਪਬਲਿਕ ਦੇ ਵਿੱਚ ਖੜੇ ਹੋ ਚੁੱਕੇ ਨੇ ਜਿਨ੍ਹਾਂ ਦਾ ਇਹਨਾਂ ਕੋਲ ਆਪ ਦੇ ਕੋਲ ਵੀ ਜਵਾਬ ਨਹੀਂ ਹੈਗਾ। ਜਦੋਂ 2014 ਦੇ ਵਿੱਚ ਲੋਕ ਸਭਾ ਇਲੈਕਸ਼ਨ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਲੜੀ ਤਾਂ ਉਸ ਵੇਲੇ ਇੱਕ ਪ੍ਰੋਫਾਰਮਾ, ਇੱਕ ਐਫੀਡੇਵਿਟ ਤੱਕ ਇਹਨਾਂ ਨੇ ਲਿਆ ਕਿ ਮੈਂ ਕੋਈ ਸਿਕਿਉਰਿਟੀ ਨਹੀਂ ਲਵਾਂਗਾ, ਮੈਂ ਬੰਗਲਾ ਨਹੀਂ ਲਵਾਂਗਾ, ਮੈਂ ਬੱਤੀ ਨਹੀਂ ਲਵਾਂਗਾ। ਲੇਕਿਨ ਆਪਾਂ ਸਾਰਿਆਂ ਨੇ ਦੇਖਿਆ ਕਿ ਕੀ ਕੁਝ ਹੋ ਰਿਹਾ ਹੈਗਾ, ਤੇ ਇਹ ਗੱਲਾਂ ਬਿਲਕੁਲ ਦਰੁਸਤ ਨੇ ਤੁਹਾਡੀਆਂ। ਔਰ ਇਸੇ ਤਰ੍ਹਾਂ ਜਦੋਂ ਹੁਣ ਆਪਾਂ ਬਾਦਲ ਸਾਹਿਬ ਦੀ ਜਦੋਂ ਉਹ ਲੱਗੀ ਹੁੰਦੀ ਸੀ ਫੋਟੋ ਐਂਬੂਲੈਂਸ ਦੇ ਉੱਪਰ, ਉਹਨੂੰ ਤਾਂ ਅਸੀਂ ਪਾੜਦੇ ਰਹੇ ਆ, ਉਹਦੇ ਤਾਂ ਅਸੀਂ ਖਿਲਾਫ ਬੋਲਦੇ ਰਹੇ ਆ, ਪਰ ਆਪਣੀਆਂ ਜਿਹੜੀਆਂ ਫੋਟੋਆਂ ਨੇ ਉਹ ਈਵਨ ਆਪਾਂ ਰਾਸ਼ਨ ਵੰਡਣ ਵੇਲੇ ਬੋਰੀਆਂ ਤੇ ਵੀ ਲਵਾ ਲੀਆਂ, ਈਵਨ ਅਸੀਂ ਮਹੱਲਾ ਕਲੀਨਿਕਾਂ ਤੇ ਲਵਾ ਲੀਆਂ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਹੁਣ ਮੈਂ ਚੰਡੀਗੜ੍ਹ ਦੇ ਵਿੱਚ ਵੈਸੇ ਹੀ ਆਪਣੇ ਬੱਚਿਆਂ ਦੇ ਨਾਲ ਡਿਨਰ ਤੇ ਜਾ ਰਿਹਾ ਸੀ ਕਿਤੇ, ਮੇਰੀ ਵਾਈਫ ਗੱਡੀ ਦੇ ਸਾਹਮਣੇ ਵਾਲੀ ਸੀਟ ਤੇ ਬੈਠੇ ਸਨ, ਤਾਂ ਅਸੀਂ ਇੱਕ ਸੈਕਟਰ ਦੇ ਵਿੱਚੋਂ ਕ੍ਰਾਸ ਕਰਨ ਲੱਗੇ, ਹਾਲਾਂਕਿ ਚੰਡੀਗੜ੍ਹ ਇਜ਼ ਕੈਪੀਟਲ, ਉੱਥੇ ਸਰਕਾਰ ਵੀ ਨਹੀਂ ਹੈਗੀ ਆਪਣੀ, ਤੇ ਉੱਥੇ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 20 ਫੁੱਟ ਦੇ ਫਾਸਲਾ ਨਹੀਂ ਹੋਣਾ ਜਿੱਥੇ ਇੱਕ ਜਿਹੜਾ ਜਿਹਨੂੰ ਆਪਾਂ ਕਹਿੰਦੇ ਉਹ ਲਾਈਟਾਂ ਨਾਲ ਜਗਦਾ ਹੋਇਆ ਬੋਰਡ, ਉੱਥੇ ਤੁਸੀਂ ਇੱਕ ਬੋਰਡ ਦੇ ਉੱਤੇ ਅਗਰ ਦੇਖੋ ਤਾਂ ਕਿੰਨਾ ਖਰਚਾ ਹੋਇਆ ਹੋਊਗਾ। ਉਹ ਸਿਰਫ 20 ਫੁੱਟ ਦੇ ਫਾਸਲੇ ਤੇ ਇੱਕ ਬੋਰਡ ਮਤਲਬ ਕਿ ਲੱਗੇ ਹੋਏ, ਇੱਥੇ 3-4 ਬੋਰਡ ਅਸੀਂ ਦੇਖੇ, ਤੇ ਅਸੀਂ ਸਾਰਿਆਂ ਨੇ ਪੁਆਇੰਟ ਆਊਟ ਕੀਤਾ, ਮੇਰੇ ਬੱਚਿਆਂ ਨੇ ਪੁਆਇੰਟ ਆਊਟ ਕੀਤਾ ਕਿ ਜੀ ਇਹ ਦੇਖੋ ਕਿੰਨਾ ਸਾਡਾ ਪੰਜਾਬ ਦਾ ਪੈਸਾ ਜਿਹੜਾ ਇਸ ਤਰ੍ਹਾਂ ਰੁੜਿਆ ਜਾ ਰਿਹਾ। ਸੋ ਟੋਟਲੀ ਗਲਤ ਹੈ। ਇਹਨਾਂ ਨੇ ਜਿਵੇਂ ਹੁਣ ਸਟੂਡੀਓ ਬਣਾਇਆ ਸੀਗਾ, ਸੈਕਟਰੀਏਟ ਦੇ ਵਿੱਚ ਇੱਕ ਸਟੂਡੀਓ ਬਣਾ ਲਿਆ। ਫੋਰਨ ਕੰਟਰੀਜ਼ ਦੇ ਵਿੱਚ ਕੀ ਹੈ, ਜਿਹੜੇ ਉੱਥੋਂ ਦੇ ਲੋਕ ਨੇ, ਲੀਡਰ ਨੇ, ਉਹ ਆਪਣਾ ਕੰਮ ਕਰਦੇ ਆ ਔਰ ਆਊਟਪੁੱਟ ਜਿਹੜੀ ਹੈਗੀ ਆ ਉਹਦੇ ਤੇ ਇੱਕ ਪੇਪਰ ਪੜ੍ਹ ਦਿੰਦੇ ਨੇ ਕਿ ਜੀ ਅਸੀਂ ਆਹ ਹਫ਼ਤੇ 'ਚ ਆਹ ਕੰਮ ਕੀਤੇ ਆ, ਅਗਲੇ ਹਫ਼ਤੇ 'ਚ ਅਸੀਂ ਆਹ ਕੰਮ ਕਰਨੇ ਆ। ਜਿਵੇਂ ਹੁਣ ਇਹਨਾਂ ਨੇ ਸੈਕਟਰੀਏਟ ਦੇ ਵਿੱਚ ਇੱਕ ਸਟੂਡੀਓ ਬਣਾਇਆ, ਬੜੀ ਖੁਸ਼ੀ ਹੋਈ ਜਾਣ ਕੇ। ਤੇ ਮੈਂ ਇਹ ਸੋਚਦਾ ਸੀ ਵੀ ਸ਼ਾਇਦ ਇਹ ਇੱਕੋ ਆਪਣਾ ਇੱਕ ਬਣਾਇਆ ਕਰਨਗੇ ਪ੍ਰੋਗਰਾਮ ਕਿ ਸਾਡੀ ਸਰਕਾਰ ਨੇ ਪਿਛਲੇ ਹਫ਼ਤੇ ਦੇ ਵਿੱਚ ਇੰਨੇ ਕੰਮ ਕਰਤੇ, ਅਗਲੇ ਹਫ਼ਤੇ ਅਸੀਂ ਇੰਨੇ ਕੰਮ ਕਰਾਂਗੇ, ਉਹ ਜਾਰੀ ਕਰਿਆ ਕਰਨਗੇ। ਬਾਅਦ ਵਿੱਚ ਪਤਾ ਲੱਗਿਆ ਕਿ ਜੀ ਇਹ ਤਾਂ ਮੀਡੀਆ ਨੂੰ ਫੇਸ ਨਹੀਂ ਕਰ ਸਕਦੇ ਸੀ, ਇਸ ਕਰਕੇ ਸਟੂਡੀਓ ਬਣਾਇਆ ਕਿ ਜਿਹੜੀ ਆਪਣੀ ਗੱਲ ਕਹਿਣੀ ਆ ਉਹ ਇੱਥੇ ਅਸੀਂ ਕਹਿ ਦਿਆ ਕਰੀਏ, ਕੋਈ ਸਾਨੂੰ ਸਵਾਲ ਨਾ ਕਰੇ। ਤਾਂ ਉਹਦੇ ਵਾਸਤੇ ਇੱਕ ਪਰਦਾ ਰੱਖਣ ਲਈ ਅਸੀਂ ਇਹ ਸਟੂਡੀਓ, ਜਿਹੜਾ ਅਸਲੀ ਮੰਤਵ ਸੀ ਜਿਹੜਾ ਉਹ ਸਟੂਡੀਓ ਦਾ ਸੀਗਾ। ਸੋ ਸੁਰਿੰਦਰ ਜੀ, ਤੁਹਾਡੀ ਗੱਲ ਜਿਹੜੀ ਹੈ ਬਿਲਕੁਲ 16 ਨੇ ਦਰੁਸਤ ਹੈ। ਔਰ ਇਹ ਜਿਹੜੇ ਸਵਾਲ ਨੇ ਇਹਨਾਂ ਨੂੰ, ਇਹਨਾਂ ਦੇ ਜ਼ਮੀਰ ਜਿਹੜੇ ਨੇ ਉਹ ਖੁਦ ਹੀ ਮਤਲਬ ਕਿ ਇਹ ਸਵਾਲ ਕਰ ਰਹੇ ਨੇ ਇਸ ਵੇਲੇ, ਜਿਨ੍ਹਾਂ ਦੇ ਇਹਨਾਂ ਕੋਲ ਖੁਦ ਹੀ ਜਵਾਬ ਨਹੀਂ। ਪਰ ਡਾਕਟਰ ਸਾਹਿਬ ਇਹ ਹੁੰਦਾ ਕਿਉਂ ਹੈ ਅਕਸਰ? ਆਖਰਕਾਰ ਭੁਗਤ ਕੌਣ ਰਿਹਾ? ਭੁਗਤਦਾ ਪੰਜਾਬੀ ਹੈ ਨਾ। ਹਰ ਵਾਰ ਕੋਈ ਵੀ ਪਾਰਟੀ ਆਂਦੀ ਹੈ, ਕੋਈ ਨਵਾਂ ਨਾਰਾ ਦਿੰਦੀ ਹੈ, ਕੋਈ ਵੀ ਪਾਰਟੀ ਆਂਦੀ ਹੈ ਬਦਲਾਵ ਦਾ ਨਾਰਾ ਦੇਗੀ, ਅਗਲੀ ਵਾਰ ਫਿਰ ਕੋਈ ਆਊਗਾ ਉਹ ਬਦਲਾਵ ਦਾ ਨਾਰਾ ਦਊਗਾ। ਵਿਰੋਧੀਆਂ ਸ਼ਾਇਦ ਮੈਨੂੰ ਇਹ ਲੱਗਦਾ ਜਦੋਂ ਸੱਤਾ 'ਚ ਵਿਰੋਧੀ ਨਹੀਂ ਹੁੰਦੇ ਸਭ ਤੋਂ ਸਮਝਦਾਰ ਹੁੰਦੇ ਆ। ਉਹਨਾਂ ਨੇ ਵੀ ਪਤਾ ਕਿ ਕਮਾਈ ਕਿੱਥੋਂ ਆਉਣੀ ਹੈ, ਉਹਨਾਂ ਨੇ ਵੀ ਪਤਾ ਕਿ ਪੰਜਾਬ ਦਾ ਬਦਲਾਵ ਕਿਵੇਂ ਆ ਸਕਦਾ, ਸਾਰਿਆਂ ਨੂੰ ਪਤਾ ਲੱਗਦਾ। ਪਰ ਜਿਵੇਂ ਹੀ ਸੱਤਾ 'ਚ ਆਉਂਦੇ ਨੇ, ਹਰਾ ਪੈਨ ਨਾਲ ਆਉਂਦਾ, ਉਹ ਹਰਾ ਪੈਨ ਸ਼ਾਇਦ ਉਹ ਸਾਰਾ ਕੁਝ ਭੁੱਲ ਜਾਂਦੇ ਨੇ ਕਿ ਉਹਨਾਂ ਨੇ ਕੀ ਵਾਅਦੇ ਕੀਤੇ। ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਅਸੀਂ ਆਪ ਵੀ ਜ਼ਿੰਮੇਵਾਰ ਆ, ਕਿਉਂਕਿ ਅਸੀਂ ਭੁੱਲ ਜਾਂਦੇ ਹਾਂ ਤੇ ਸਿਆਸਤਦਾਨ ਸਭ ਤੋਂ ਜ਼ਿਆਦਾ ਇਹਦਾ ਫਾਇਦਾ ਚੱਕਦਾ ਜੀ। ਬਿਲਕੁਲ ਬਿਲਕੁਲ। ਆਪਾਂ ਜਿਹੜਾ ਹੈਗਾ, ਆਪਾਂ ਇਹਨਾਂ ਦੀਆਂ ਚੋਪੜੀਆਂ ਗੱਲਾਂ 'ਚ, ਇਹਨਾਂ ਦੇ ਲਾਰਿਆਂ ਦੇ ਵਿੱਚ, ਇਹਨਾਂ ਦੀਆਂ ਜਿਹੜੀਆਂ ਮੁਫਤਖੋਰੀ ਦੀਆਂ ਸਾਨੂੰ ਇਹਨਾਂ ਨੇ ਵਾਅਦੇ ਕਰਦੇ ਨੇ ਕਿ ਤੁਹਾਨੂੰ ਆਹ ਬਿਜਲੀ ਮੁਫਤ ਹੋ ਗਈ, ਫਲਾਨਾ ਮੁਫਤ ਹੋ ਗਿਆ, 1000 ਰੁਪਏ ਤੁਹਾਡੇ ਖਾਤੇ 'ਚ ਆ ਗਿਆ, ਤੇ 10 ਲੱਖ ਰੁਪਏ ਤੁਹਾਡੇ ਖਾਤੇ 'ਚ ਆਜੂ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਸਾਡੇ ਜਿਹੜੇ ਲੋਕ ਨੇ, ਵੋਟਰਸ ਜਿਹੜੇ ਨੇ, ਉਹ ਸਮਝ ਨਹੀਂ ਪਾਉਂਦੇ ਉਹਨਾਂ ਦੇ ਲਾਰਿਆਂ ਨੂੰ। ਉਹ ਇੱਕ ਅਲਿਓਰਮੈਂਟ ਹੈ। ਇਹ ਜਿਹੜੀ ਅਲਿਓਰਮੈਂਟ ਹੈ, ਵੈਸੇ ਤਾਂ ਅਸੀਂ ਦੇਖੋ ਚੋਣ ਕਮਿਸ਼ਨ ਨੂੰ ਅਸੀਂ ਬਹੁਤ ਵਾਰੀ ਲਿਖਿਆ ਇਹਦੇ ਬਾਰੇ ਕਿ ਅਲਿਓਰਮੈਂਟਸ ਜਿਹੜੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ। ਈਵਨ ਇਹਦੇ ਤੇ ਕੋਰਟਾਂ ਨੇ ਵੀ ਕਮੈਂਟਸ ਕੀਤੇ ਨੇ ਕਿ ਥੀਸ ਆਰ ਨਾਟ ਦੀ ਥਿੰਗਸ ਟੂ ਬੀ ਟੇਕਨ ਅਪ ਡਿਊਰਿੰਗ ਇਲੈਕਸ਼ਨ। ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਰੋਕ ਲਾਉਨੇ ਆ ਤਾਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਬੰਦ ਕਰਨੀਆਂ ਚਾਹੀਦੀਆਂ ਨੇ। ਪਰ ਲੇਕਿਨ ਅਫਸੋਸ ਇਸ ਗੱਲ ਦਾ ਕਿ ਸਾਡਾ ਜਿਹੜਾ ਵੋਟਰ ਆ ਉਹ ਬੜਾ ਭੋਲਾ ਹੈ, ਔਰ ਉਹ ਟੈਂਪਰੇਰੀ ਜਿਹੜਾ ਇਹਨਾਂ ਦਾ ਚਮਕ ਦਮਕ ਜਿਹੜੀ ਇਹਨਾਂ ਦੀ ਗੱਲਾਂ ਦੇ ਵਿੱਚ ਚੋਪੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਆ ਕੇ ਉਹ ਅਲਿਓਰ ਹੋ ਜਾਂਦਾ, ਉਹ ਇਹਨਾਂ ਦੇ ਵਿੱਚ
ਇਹਨਾਂ ਦੇ ਬਹਾਓ ਦੇ ਵਿੱਚ ਬਹਿ ਜਾਂਦਾ ਹੈ ਔਰ ਉਹ ਇਹਨਾਂ ਦੀ ਜਿਹੜੀ ਸਰਕਾਰ ਨੂੰ ਕਹਿ ਲਓ ਵੀ ਬੈਨੀਫਿਟ ਮਿਲ ਜਾਂਦੇ, ਇਹਨਾਂ ਦੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ, ਚਾਹੇ ਉਹ ਕੋਈ ਵੀ ਪਾਰਟੀ ਦੀ ਹੋਵੇ। ਸੋ ਆਪੋਜੀਸ਼ਨ ਦੇ ਵਿੱਚ ਜਦੋਂ ਇਹ ਹੁੰਦੇ ਨੇ, ਤੁਹਾਡੀ ਗੱਲ ਸਹੀ ਹੈ ਕਿ ਉਦੋਂ ਇਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਮੀਆਂ ਕਿੱਥੇ ਨੇ, ਕੱਲੇ ਕੱਲੇ ਲੂਪ ਪੁਆਇੰਟ ਪਤਾ ਹੁੰਦੇ ਨੇ, ਕੱਲਾ ਕੱਲਾ ਇਹਨਾਂ ਨੂੰ ਨਬਜ਼ ਪਤਾ ਹੁੰਦੀ ਹੈ ਵੀ ਇਹ ਗੱਲ ਦਰੁਸਤ ਕਿੱਥੋਂ ਹੋ ਸਕਦੀ ਹੈ। ਪਰ ਜਦੋਂ ਸੱਤਾ 'ਚ ਆ ਜਾਂਦੇ ਨੇ ਉਸ ਵੇਲੇ ਇਹਨਾਂ ਦਾ ਇੱਕ ਨੈਕਸਸ ਹੁੰਦਾ, ਪੋਲੀਟੀਸ਼ੀਅਨਸ ਦਾ, ਪੁਲਿਸ ਦਾ ਔਰ ਬਿਊਰੋਕਰੇਟਸ ਦਾ ਇੱਕ ਬਹੁਤ ਵੱਡਾ ਨੈਕਸਸ ਹੈ, ਜਿਹੜਾ ਕਿ ਖਾਸ ਕਰਕੇ ਬਿਊਰੋਕ੍ਰੇਸੀ ਜਿਹੜੀ ਹੈ, ਮੈਂ ਮਹਿਸੂਸ ਕਰਦਾ ਕਿ ਇੱਥੇ ਬਿਊਰੋਕ੍ਰੇਸੀ ਦਾ ਬਹੁਤ ਵੱਡਾ ਰੋਲ ਹੈ। ਬਿਊਰੋਕ੍ਰੇਸੀ ਅੱਜ ਵੀ ਆਪਣੇ ਆਪ ਨੂੰ ਮਤਲਬ ਕਿ ਮੈਂ ਸਮਝਦਾ ਕਿ ਸਰਕਾਰ ਤੇ ਭਾਰੂ ਹੋ ਕੇ ਚੱਲ ਰਹੀ ਹੈ। ਮੈਂ ਕਈ IAS ਅਫਸਰਾਂ ਨੂੰ ਕੰਮਾਂ ਦੀ ਖਾਤਰ ਜਾ ਕੇ ਮਿਲਿਆ ਔਰ ਉਹ ਜਨਹਿਤ ਦੇ ਕੰਮ ਸਨ ਜਿਨ੍ਹਾਂ ਖਾਤਰ ਮੈਂ ਗਿਆ, ਪਰ ਜੋ ਉਹਨਾਂ ਦਾ ਰਵੱਈਆ ਸੀ ਉਹ ਰਵੱਈਆ ਦੇਖ ਕੇ ਮੈਂ ਮਹਿਸੂਸ ਕੀਤਾ ਕਿ ਇਹਨਾਂ ਨੂੰ ਸਰਕਾਰ ਦਾ ਪੂਰਾ ਥਾਪੜਾ ਕਿ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰੋ। तो वो चीज देख के बड़ा मन खराब होता कि देखो ब्यूरोक्रेट दे आर दी पब्लिक सर्वेंट, दे शुड बी मतलब उन्होंने लोगों दे सेवक ने वो साडे सर्वेंट ने, लोगों के टैक्स ਨਾਲ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਉਹਨਾਂ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਜਦ ਕਿ ਉਹ ਉਸ ਕਦਰ ਨਹੀਂ ਉਤਰ ਪਾਉਂਦੇ ਹੈਗੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਇਹ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਸੱਤਾ ਤਬਦੀਲ ਹੁੰਦੀ ਹੈ ਤਾਂ ਉਹ ਗੱਲ ਉਹੀ ਹੈ ਜੋ ਮਾਨ ਸਾਹਿਬ ਨੇ ਵੀ ਅੱਜ ਕਹੀ ਹੈ ਵੈਸੇ ਤਾਂ, ਤੇ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ 5 ਸਾਲ ਤੂੰ ਤੇ 5 ਸਾਲ ਮੈਂ, ਤੇ ਇਹ ਗੱਲ ਜਿਹੜੀ ਹੈ ਚੱਲਦੀ ਆਈ ਹੈ ਹੁਣ ਤੱਕ। ਪਰ ਬਾਕੀ ਦੇਖੋ ਹੁਣ ਅੱਗੇ ਸਮਾਂ ਹਲੇ 1.5 ਸਾਲ ਹੋਇਆ ਇਹਨਾਂ ਨੂੰ, ਅੱਗੋਂ ਦੇਖੋ ਕਿਸ ਤਰੀਕੇ ਨਾਲ ਇਹਨੂੰ ਲਾਗੂ ਕਰਦੇ ਨੇ ਜਾਂ ਉਸ ਚੀਜ਼ ਤੇ ਆਪਣਾ ਪਹਿਰਾ ਦੇ ਪਾਉਂਦੇ ਨੇ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਸਿਸਟਮ ਨੂੰ ਸਟਰੋਂਗ ਹੋਣਾ ਚਾਹੀਦਾ? ਸਿਸਟਮ ਦੇ ਵਿੱਚ ਸ਼ਾਇਦ ਇੰਨੀ ਤਾਕਤ ਹੋਣੀ ਚਾਹੀਦੀ ਹੈ ਕਿ ਉਹ ਸਰਕਾਰ ਨੂੰ ਵੀ ਨਾ ਕਹਿ ਸਕੇ। ਇੱਥੇ ਪ੍ਰੋਬਲਮ ਕੀ ਹੈ ਕਿ ਲੌਬੀਜ਼ ਬਣੀਆਂ ਹੋਈਆਂ, ਕਿਉਂ ਉਡੀਕਦੇ ਹੁੰਦੇ ਨੇ ਵੀ ਕੋਈ ਅਕਾਲੀਆਂ ਦਾ ਤਾਂ ਅਕਾਲੀਆਂ ਦਾ ਚੇਤਾ ਬਣ ਜਾਂਦਾ, ਤਾਂ ਕੋਈ ਉਡੀਕਦਾ ਹੁੰਦਾ ਮੈਂ ਕਾਂਗਰਸੀ ਹਾਂ ਤਾਂ ਉਹ ਕਾਂਗਰਸ ਦੀ ਉਡੀਕ ਕਰਦਾ ਵੀ ਕਦੋਂ ਕਾਂਗਰਸ ਦੀ ਸਰਕਾਰ ਆਊਗੀ, ਕਦੋਂ ਮੈਨੂੰ ਮੇਰੀ ਮਨਪਸੰਦ ਸੀਟ ਮਿਲ ਜੂਗੀ, ਕਦੋਂ ਮੇਰੀ ਪ੍ਰਮੋਸ਼ਨਸ ਹੋ ਜਾਣਗੀਆਂ। ਤਾਂ ਸਿਸਟਮ ਵੀ ਤਾਂ ਵੰਡਿਆ ਹੋਇਆ, ਤਾਂ ਸਿਸਟਮ ਤੇ ਭਾਰੂ ਪੈ ਜਾਂਦੀ ਹੈ ਪੋਲਿਟਿਕਸ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਐਕਚੁਅਲ ਦੇ ਵਿੱਚ ਡੈਮੋਕ੍ਰੈਟਿਕ ਸੈਟਅਪ ਜਿਹੜਾ ਹੈਗਾ ਨਾ, ਉਹਦੇ ਵਿੱਚ ਇੱਕ ਐਸਾ ਸਿਸਟਮ ਨੀਚੇ ਬਣ ਗਿਆ, ਇੱਕ ਲੇਅਰ ਬਣ ਚੁੱਕੀ ਹੈਗੀ ਹੈ ਸਿਸਟਮ ਦੀ, ਜਿੱਥੇ ਧੜੇਬੰਦੀ ਕਹਿ ਲਓ ਜਾਂ ਆਪਣਾ ਪੱਖ ਕਹਿ ਲਓ ਉਹ ਸਾਹਮਣੇ ਆ ਜਾਂਦਾ, ਜਿੱਥੇ ਆਪੋ ਆਪਣੇ ਇਨਵੈਸਟਡ ਇੰਟਰਸਟ ਆ ਗਏ ਨੇ। ਉੱਥੇ ਤੁਹਾਡੀ ਗੱਲ ਠੀਕ ਹੈ ਵੀ ਜਿਵੇਂ ਹੁਣ ਆਪਾਂ ਪਿੰਡਾਂ 'ਚ ਵੀ ਦੇਖ ਲਈਏ ਤਾਂ ਉੱਥੇ ਵੀ ਧੜੇਬੰਦੀਆਂ ਨੇ, ਕਾਰੋਬਾਰ 'ਚ ਦੇਖ ਲਓ ਜਾਂ ਕਿਸੇ 'ਚ ਵੀ ਆਪਾਂ ਜਾ ਕੇ ਸਰਕਾਰ 'ਚ ਐਡਮਿਨਿਸਟ੍ਰੇਸ਼ਨ 'ਚ ਦੇਖ ਲਓ, ਉੱਥੇ ਵੀ ਧੜੇਬੰਦੀਆਂ ਆ ਜਾਂਦੀਆਂ ਨੇ, ਉੱਥੇ ਗੁੱਟ ਬਣ ਜਾਂਦੇ ਨੇ। ਈਵਨ ਪਾਰਟੀ ਜਿਹੜੀ ਮੌਜੂਦਾ ਸਰਕਾਰ ਵੀ ਆ, ਇਹਨਾਂ ਦੇ ਵੀ ਆਪਸ 'ਚ ਗੁੱਟਬੰਦੀਆਂ ਬਣੀਆਂ ਹੋਈਆਂ ਨੇ, ਔਰ ਉਹ ਗੁੱਟਬੰਦੀਆਂ ਦਾ ਜਿਹੜਾ ਹੈਗਾ ਸ਼ਿਕਾਰ ਉਹ ਸਾਡਾ ਆਮ ਨਾਗਰਿਕ ਹੁੰਦਾ ਹੈਗਾ। ਔਰ ਅਗਰ ਇਹ ਗੁੱਟਬੰਦੀਆਂ ਖਤਮ ਹੋ ਜਾਣ, ਇਹ ਜਿਹੜਾ ਸਿਸਟਮ ਹੈ ਇਹ ਦਰੁਸਤ ਹੋ ਜਾਵੇ, ਤਾਂ ਮੈਂ ਸਮਝਦਾ ਬਿਲਕੁਲ ਪਿਓਰੈਸਟ ਡੈਮੋਕ੍ਰੇਸੀ ਬਣ ਸਕਦੀ ਹੈ। ਜਦੋਂ ਇੱਕ ਵਿਅਕਤੀ ਚੁਣ ਕੇ ਆ ਗਿਆ, ਉਹ ਸਭ ਦਾ ਸਾਂਝਾ ਹੈ, ਉਹਨੂੰ ਬਿਲਕੁਲ ਆਪਣੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਲਾਉਣੀ ਚਾਹੀਦੀ ਕਿ ਇਹ ਕਾਂਗਰਸੀ ਹੈ ਜੀ, ਇਹ ਅਕਾਲੀ ਹੈ ਜੀ, ਇਹ ਫਲਾਣੇ ਪਾਰਟੀ ਦਾ ਜੀ, ਇਹਦਾ ਮੈਂ ਕੰਮ ਨਹੀਂ ਕਰਨਾ ਜੀ, ਫਲਾਣੇ ਦਾ ਕੰਮ ਕਰਨਾ। ਤਾਂ ਅਗਰ ਲਾ ਨੂੰ ਧਿਆਨ 'ਚ ਰੱਖਦੇ ਹੋਏ, ਸੰਵਿਧਾਨ ਨੂੰ ਧਿਆਨ 'ਚ ਰੱਖਦੇ ਹੋਏ ਕੰਮ ਕੀਤਾ ਜਾਵੇ, ਤਾਂ ਮੈਂ ਸਮਝਦਾ ਲੋਕਾਂ ਦੇ ਬਹੁਤੇ ਵੱਡੇ ਵੱਡੇ ਕੰਮ ਨਹੀਂ ਹੈਗੇ ਪੰਜਾਬ ਦੇ ਵਿੱਚ। ਲੋਕਾਂ ਦੇ ਕੰਮ ਸਿਰਫ ਥਾਣੇ, ਬਿਜਲੀ ਤੇ ਵੱਧ ਤੋਂ ਵੱਧ ਤਹਿਸੀਲਾਂ ਤੱਕ ਕੰਮ ਨੇ ਪਿੰਡਾਂ ਦੇ ਵਿੱਚ। ਜੇ ਅਸੀਂ ਦੇਖਿਆ ਜਾਵੇ, ਅਗਰ ਤਹਿਸੀਲਦਾਰ ਸਹੀ ਨੇ, ਕਰਪਟ ਨਹੀਂ ਹੈ, ਕਰਪਸ਼ਨ ਨਹੀਂ ਹੈ, ਪਟਵਾਰੀ ਸਹੀ ਨੇ, ਮੈਂ ਸਮਝਦਾ SDM ਸਾਹਿਬ ਦਾ ਪ੍ਰੋਪਰ ਉਹਨਾਂ ਦੀ ਪਕੜ ਹੈ ਆਪਣੇ ਪ੍ਰਸ਼ਾਸਨ ਦੇ ਉੱਪਰ, ਤਾਂ ਉੱਥੇ ਕੋਈ ਵੀ ਐਡਮਿਨਿਸਟ੍ਰੇਟਿਵ ਪਾਵਰ ਜਿਹੜੀ ਹੈ ਕਮੀ ਨਹੀਂ ਰਹਿੰਦੀ ਹੈਗੀ ਕਿਸੇ ਕਿਸਮ ਦੀ। ਇਵੇਂ ਜਿਵੇਂ ਬਿਜਲੀ ਮਹਿਕਮਾ ਹੋ ਗਿਆ। ਤੀਸਰਾ ਲਾ ਲਓ ਪੁਲਿਸ ਦਾ, ਪੁਲਿਸ ਦੇ ਵਿੱਚ ਅਗਰ ਨਿਆਂ ਮਿਲੇ ਤਾਂ ਮੈਂ ਸਮਝਦਾ ਕਦੇ ਵੀ ਕੋਈ ਉਹਦੇ ਤੇ ਲੋਕਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਹੈਗਾ। ਉੱਥੇ ਪ੍ਰੋਬਲਮ ਇਹੀ ਹੈ, ਜਦੋਂ ਅਫਸਰ ਰਲ ਜਾਂਦੇ ਨੇ ਇਸ ਸਿਸਟਮ ਦੇ ਨਾਲ, ਅਫਸਰ ਉਹਨੂੰ ਮੈਨੀਪੂਲੇਟ ਕਰਦੇ ਨੇ, ਅਫਸਰ ਉਹਦਾ ਸਵਾਦ ਲੈਂਦੇ ਨੇ, ਉਹਦਾ ਮਜ਼ਾ ਲੈਂਦੇ ਨੇ, ਉਹਦੇ ਤੇ ਨਿਚੋੜ ਕੇ ਸਾਰਾ ਜਿਹੜਾ ਰਸ ਹੈ ਉਹ ਅਫਸਰਸ਼ਾਹੀ ਕੱਢਦੀ ਹੈ। ਔਰ ਇਹ ਸਿਸਟਮ ਜਿਹੜਾ ਹੈਗਾ ਇਹ ਪਬਲਿਕ ਦਾ ਸਿਸਟਮ ਹੈ, ਸਾਡੇ ਆਪਣੇ ਲੋਕਾਂ ਨੂੰ ਹੀ ਇਹ ਸਿਸਟਮ ਠੀਕ ਕਰਨਾ ਪਏਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹੀ ਸਮਝਦਾ ਕਿ ਸ਼ਾਇਦ ਪਰਮਾਤਮਾ ਸਾਡੇ ਪੰਜਾਬ ਤੇ ਕੋਈ ਮਿਹਰ ਕਰੇਗਾ, ਜਿਹਦੇ 'ਚ ਇਹ ਸਿਸਟਮ ਜਿਹੜਾ ਹੈ ਜਲਦੀ ਦਰੁਸਤ ਹੋ ਜਾਵੇ। ਡਾਕਟਰ ਸਾਹਿਬ, ਇਹ ਕਿਹਾ ਜਾਂਦਾ ਕਿ ਰੋਜ਼ਗਾਰ ਦੇ ਕਾਰਨ ਇੱਥੇ ਬੇਰੋਜ਼ਗਾਰੀ ਹੈ, ਤਾਂ ਕਰਕੇ ਇੱਥੋਂ ਬ੍ਰੇਨ ਡਰੇਨ ਹੋ ਰਿਹਾ, ਤਾਂ ਕਰਕੇ ਲੋਕ ਕੈਨੇਡਾ US ਵਾਲੇ ਪਾਸੇ ਚੱਲਦੇ ਨੇ। ਆਪਣੇ ਜ਼ਿਆਦਾਤਰ ਦਰਸ਼ਕ ਸਾਰੇ ਕੈਨੇਡਾ US ਦੇ ਹੀ ਨੇ। ਤੁਹਾਨੂੰ ਕੀ ਲੱਗਦਾ ਕਿ ਵਾਕਈ ਉਹ ਰੋਜ਼ਗਾਰ ਦੇ ਚੱਕਰ 'ਚ ਜਾਂਦੇ ਨੇ? ਮੈਨੂੰ ਲੱਗਦਾ ਕਿ ਸ਼ਾਇਦ ਇਹ ਸਿਸਟਮ ਹੈ ਜਿਹੜਾ ਕਿ ਉਹ ਸਿਸਟਮ ਦੀ ਵਜ੍ਹਾ ਨਾਲ ਉੱਥੇ ਜਾਂਦੇ ਨੇ, ਕਿਉਂਕਿ ਉੱਥੇ ਜੇ ਕਿਸੇ ਨੇ ਲਾਈਟ ਕ੍ਰੋਸ ਕੀਤੀ ਹੈ ਨਾ, ਤਾਂ ਕਿਸੇ ਦੇ ਕੋਈ MLA ਜਾਂ MP ਜਾਂ ਕਿਸੇ ਦਾ ਫੋਨ ਨਹੀਂ ਆਉਂਦਾ ਕਿ ਉਹ ਛੱਡ ਦੇ, ਤੇ ਉਹ ਛੱਡ ਦਿੱਤਾ ਜਾਂਦਾ। ਮੈਨੂੰ ਲੱਗਦਾ ਕਿ ਉਹ ਸਿਸਟਮ ਦੇ ਕਾਰਨ ਉੱਥੇ ਜਾਂਦੇ ਨੇ ਕਿ ਸਾਰਾ ਕੁਝ ਸਟ੍ਰੀਮਲਾਈਨ ਹੈ ਜੀ। ਬਿਲਕੁਲ। ਦੇਖੋ ਸੁਰਿੰਦਰ ਜੀ, ਗੱਲ ਇਹ ਹੈ ਕਿ ਇੱਕ ਹੁੰਦਾ ਸੋਸ਼ਲ ਸਿਕਿਉਰਿਟੀ। ਸੋਸ਼ਲ ਸਿਕਿਉਰਿਟੀ ਹਰ ਵਿਅਕਤੀ ਭਾਲਦਾ। ਅੱਜ
ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਆਏ ਹਾਂ ਕਿ ਇੱਕ ਥਾਣੇਦਾਰ ਵੀ ਆਪਣੀ ਧੀ ਦੀ ਇੱਜ਼ਤ ਨਹੀਂ ਬਚਾ ਸਕਿਆ ਔਰ ਥਾਣੇਦਾਰ ਤੇ ਵੀ ਜਿਹੜਾ ਹਮਲਾ ਹੋਇਆ ਔਰ ਗੋਲੀ ਮਾਰੀ ਗਈ, ਉਹਨੂੰ ਮਾਰਿਆ ਬਿਲਕੁਲ। ਗਿਆ। ਔਰ ਇਹੋ ਜਿਹੇ ਕੇਸਸ ਅਸੀਂ ਦੇਖੇ ਆ ਜਿੱਥੇ ਤੁਸੀਂ ਆਪਣੀਆਂ ਭੈਣਾਂ ਦੀ ਇੱਜ਼ਤ ਤੱਕ ਨਹੀਂ ਬਚਾ ਸਕੇ। ਇਹ ਮਤਲਬ ਇਹ ਮੈਂ ਇਕੱਲੀ ਇਹਨਾਂ ਦੀ ਸਰਕਾਰ 'ਚ ਨਹੀਂ ਹੋਇਆ, ਇਹ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਰਿਹਾ। तो वो सिस्टम ऐसा बन गया कि हर व्यक्ति इनसिक्योर फील करता। नशा ने साडे सूबे नूं दब लिया है। अज भावें सरकार ये कहे क्लेम कर दी है कि असी नशा बहुत घट विक रहा है या इहदे ते बहुत रोक ला, नो डाउट इन इट, पहलां नालों एक बहुत घट गया। पर सरकार दी अपनी गोली भी तो विपरी नॉर्थ इंडोक्सिन जिहड़ी है वो ठेकिਆਂ वांगू नशा छड़ाऊ केंद्रां ते विक रही है। तो सिस्टम ऐसा हो गया कि ब्रेन ड्रेन की गल तुसीं कीती है, नो डाउट इन इट। ब्रेन ड्रेन इस करके भी हो रहा है कि इत्थे जॉब इनसिक्योरिटी होगी, सरकारी नौकरियां मिलदियां कोई नहीं हैगियां। हालांकि ਜਿਹੜੇ लोग इस धरती ਦੇ ਨਾਲ प्यार करते हैं वो चाहते हैं कि ਅਸੀਂ ਇੱਥੇ ਹੀ रहीए। बाहरले सूबਿਆਂ ਚੋਂ लोग आके ਇੱਥੇ ਕੰਮ ਕਰਦੇ ਨੇ, ਕੰਮ क्यों नहीं हैगे ਇੱਥੇ। मेरा अपना बेटा, ਉਹਨੂੰ ਅਸੀਂ ਕੈਨੇਡਾ ਜਾਣ ਵਾਸਤੇ ਤੇ ਸਾਰੇ ਪੇਪਰਸ ਲਾਏ, ਲੇਕਿਨ ਮੇਰੇ ਬੇਟੇ ਨੇ ਕਿਹਾ ਪਾਪਾ ਮੈਂ ਡਾਕਟਰ ਬਣਿਆ, ਮੈਂ ਇਸ ਮੁਲਕ ਦੀ ਸੇਵਾ ਕਰਨ ਲਈ, ਆਪਣੇ ਸੂਬੇ ਦੀ ਸੇਵਾ ਕਰਨ ਲਈ ਬਣਿਆ, मैं विदेश नहीं जावांगा। तुसी बेशक सिस्टर नूं मेरी नूं भेज दो बाहर, बेटी मेरी बाहर चली गई लेकिन बेटा मेरा इत्थे है, असी अपने बेटे कोल ही रहना। बेटियां तो पराया धन हुंदियां ने। पर मैं यही गल कहनी चाहुंदा कि जिहड़ा प्यार आ तुहाडा इस धरती दे नाल, वो तुहानूं कदे इस धरती नूं छड्डण लई मजबूर नहीं करदा। सिर्फ मजबूरी उदों हुंदी है जदों असी फील करदे कि सोशल इनसिक्योरिटी है। अज जे मैं महसूस करूंगा कि मेरे तुरे जांदे बेटे नूं कोई पुलिस वाला चुक के लै जाऊगा या कोई उहदे ते हमला कर दूगा, ਤੇ ਇੱਕ ਮਾਂ-ਬਾਪ ਜਿਹੜਾ ਉਹ 84 ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਇਨਸਿਕਿਉਰਿਟੀ ਸਾਡੇ ਦੇ ਮਨਾਂ ਦੇ ਵਿੱਚ ਸੀਗੀ, ਉਹੀ ਇਨਸਿਕਿਉਰਿਟੀ ਅਗਰ ਫੇਰ ਵੀ ਸਾਡੇ ਮਨਾਂ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਆਪ ਹੀ ਸੋਚਾਂਗੇ ਕਿ ਸਾਡੇ ਬੱਚੇ ਬਾਹਰਲੇ ਮੁਲਕਾਂ ਸੁਰੱਖਿਅਤ ਨੇ, ਇੱਥੇ ਸੁਰੱਖਿਅਤ ਨਹੀਂ ਹੈਗੇ। ਉਹ ਇੱਕ ਸਮਾਜਿਕ ਸੁਰੱਖਿਆ ਜਿਹੜੀ ਹੈ ਇਹ ਬਹੁਤ ਵੱਡਾ ਇੱਕ ਫੈਕਟਰ ਹੈ ਜਿਹਦੀ ਖਾਤਰ ਲੋਕ ਜਿਹੜੇ ਨੇ ਵਿਦੇਸ਼ਾਂ 'ਚ ਨੂੰ ਜਾ ਰਹੇ ਨੇ। ਇੱਥੇ ਪੈਸਾ ਕਮਾਉਣ ਵਾਲਾ ਵਿਅਕਤੀ ਇਹ ਮਹਿਸੂਸ ਕਰਦਾ, ਇੰਡਸਟਰੀਸਟ ਲੋਕ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਤਾਂ ਗੁੰਡਾ ਟੈਕਸ ਦੇਣਾ ਪਏਗਾ, ਸਾਨੂੰ ਤਾਂ ਇਹ ਨਹੀਂ ਪਤਾ ਕਦੋਂ ਸਾਡੇ ਕੋਲ ਆ ਕੇ ਕੌਣ ਖੜ ਜਾਵੇ ਤੇ ਆ ਕੇ ਕੋਈ ਲੀਡਰ ਹੀ ਕਹਿ ਦੇਵੇ ਭਾਈ ਫੈਕਟਰੀ ਬੰਦ ਕਰਨੀ ਤਾਂ ਇੰਨੇ ਪੈਸੇ ਮਹੀਨੇ ਦੇ ਲਵਾਂਗੇ। तो ਇਹ ਚੀਜ਼ਾਂ ਦੀ ਸਿਕਿਉਰਿਟੀ ਕਿਹਨੇ ਦੇਣੀ ਹੈ? ਇਹ ਸਰਕਾਰ ਨੇ ਦੇਣੀ ਹੈ, ਸਟੇਟ ਦਾ ਕੰਮ ਹੈ ਸਾਰਾ। ਔਰ ਉਮੀਦ ਕਰਦੇ ਹਾਂ ਕਿ ਸਿਸਟਮ ਚੇਂਜ ਹੋਊਗਾ। ਭਗਵੰਤ ਮਾਨ ਜੀ ਤੇ ਮੈਂ ਲੋਕਾਂ ਨੂੰ ਆਸਾਂ ਬਹੁਤ ਨੇ। ਦੇਖੋ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਹਾਲਾਂਕਿ ਮੇਰੀ ਸਰਦਾਰ ਭਗਵੰਤ ਮਾਨ ਜੀ ਨਾਲ ਕੋਈ ਐਸੋਸੀਏਸ਼ਨ ਨਹੀਂ ਹੈਗੀ, ਪਰ ਮੈਂ ਮਹਿਸੂਸ ਕਰਦਾ ਕਿ ਐਜ਼ ਏ ਮੈਨ, ਐਜ਼ ਏ ਇੰਡੀਵਿਜੂਅਲ ਭਗਵੰਤ ਮਾਨ ਜੀ ਤੇ ਕੋਈ ਐਸਾ ਦਾਗ ਨਹੀਂ ਹੈਗਾ। ਕੋਈ ਉਹਨਾਂ ਬਾਰੇ ਇਹ ਨਹੀਂ ਕਹਿ ਸਕਦਾ ਕਿ ਹੀ ਇਜ਼ ਏ ਕਰਪਟ ਮੈਨ। ਉਹਨਾਂ ਨੇ ਕਰਪਸ਼ਨ ਨੂੰ ਨੱਥ ਪਾਈ ਹੈ, नो डाउट इन इट। ਇੱਕ ਗਰੀਬ ਘਰ ਤੋਂ, ਇੱਕ ਨਾਰਮਲ ਫੈਮਿਲੀ ਦੇ ਵਿੱਚੋਂ ਉੱਠ ਕੇ ਅਗਰ ਇੱਕ ਵਿਅਕਤੀ ਅੱਜ ਸੀਐਮ ਬਣ ਗਿਆ ਹੈਗਾ ਤਾਂ ਮੈਂ ਉਸ ਚੀਜ਼ ਨੂੰ ਉਹਨਾਂ ਦਾ ਆਨਰ ਕਰਦਾ ਔਰ ਉਸ ਚੀਜ਼ ਨੂੰ ਮੈਂ ਰੀਅਲੀ ਵੀ ਆਰ ਫੀਲਿੰਗ, ਪੰਜਾਬੀ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਉੱਤੇ। ਪਰ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ, ਤੁਹਾਡੇ ਮਾਧਿਅਮ ਤੋਂ ਵੀ ਮੈਂ ਬੇਨਤੀ ਕਰੂੰਗਾ ਕਿ ਜੀ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹਦੇ 'ਚ ਤੁਹਾਡੇ ਜਿਹੜੇ ਐਡਵਾਈਜ਼ਰਸ ਨੇ ਖਾਸ ਕਰਕੇ, ਉਹਨਾਂ ਐਡਵਾਈਜ਼ਰਸ ਦਾ ਹੱਕ ਬਣਦਾ ਕਿ ਇਹਨਾਂ ਨੂੰ ਇਹ ਰਾਏ ਦੇਣ ਕਿ ਤੁਸੀਂ ਇਹੋ ਜਿਹੇ ਸਟੈਪਸ ਨਾ ਚੱਕੋ। ਜਿੱਦਾਂ ਹੁਣ ਪੀਟੀਸੀ ਚੈਨਲ ਵਾਲਾ ਇਸ਼ੂ ਸੀਗਾ, ਕਿਆ ਲੋੜ ਸੀ? ਜਾਂ ਤਾਂ ਇਹਨੂੰ ਪ੍ਰੋਪਰ ਕਰਦੇ, ਜਿਸ ਤਰ੍ਹਾਂ ਅਸੀਂ ਖੁਦ ਸੁਪਰੀਮ ਕੋਰਟ ਤੱਕ ਅਸੀਂ ਵੀ ਕੇਸ ਲੜਿਆ ਹੈਗਾ ਸਹਿਜਧਾਰੀ ਸਿੱਖਾਂ ਦਾ, ਤੇ ਸਾਨੂੰ ਪਤਾ ਹੈ ਕਿ ਹਲੇ ਸਟੇਟ ਐਕਟ ਨਹੀਂ ਬਣਿਆ ਹੈਗਾ ਜਿਹੜਾ ਪੰਜਾਬ ਦਾ ਇਹ ਗੁਰਦੁਆਰਾ ਐਕਟ ਹੈਗਾ। ਇਹਦੇ 'ਚ 2 ਸਟੇਟਾਂ ਹਲੇ ਇਹਦੇ ਨਾਲ ਜੁੜੀਆਂ ਹੋਈਆਂ ਨੇ। ਜਾਂ ਤਾਂ ਤੁਸੀਂ ਪੂਰਾ ਸਕ੍ਰੈਪ ਕਰਕੇ ਆਪਣੀ ਐਸਜੀਪੀਸੀ ਬਣਾ ਲਓ, ਇੱਕ ਪਾਸਾ ਕਰੋ। ਜੇ ਤੁਸੀਂ ਇਹੋ ਜਿਹੇ ਪੰਗੇ ਲੈਂਦੇ ਹੋ ਜਿਨ੍ਹਾਂ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕੀ ਫਰਕ ਪੈਗਾ? ਅੱਜ ਵੀ ਪੀਟੀਸੀ ਚੱਲੀ ਜਾਂਦਾ ਪਿਆ ਹੈਗਾ। तो ਇਹ ਚੀਜ਼ਾਂ ਜਿਹੜੀਆਂ ਨੇ ਬੈਕਫਾਇਰ ਕਰਦੀਆਂ ਨੇ, ਗਵਰਨਮੈਂਟ ਨੂੰ ਬੈਕਫੁੱਟ ਕਰਨ। ਜਿੰਨੀ ਵਾਰੀ ਗਵਰਨਮੈਂਟ ਬੈਕਫੁੱਟ ਤੇ ਆਊਗੀ ਉਨੀ ਵਾਰੀ ਸਰਕਾਰ ਦਾ ਮਿਆਰ ਜਿਹੜਾ ਹੈਗਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਡਾਊਨ ਜਾਊਗਾ। ਉਸ ਮਿਆਰ ਨੂੰ ਕਾਇਮ ਰੱਖਣ ਦੀ ਖਾਤਰ ਸਾਨੂੰ ਵੰਡਾਟਾ ਪੋਲਿਟਿਕਸ ਦਾ ਕਾਟੀ ਮਾਰਨੀ ਪਏਗੀ। ਨੰਬਰ 2, ਸਾਨੂੰ ਸੋਸ਼ਲ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਲੋਕੀ ਦੇਖੋ, ਹਰ ਵਿਅਕਤੀ ਜਿਹੜਾ ਹੈਗਾ ਉਹ ਕਹਿੰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਪਾਲਣ ਲਈ ਖੁਦ ਚਟਨੀਆਂ ਵੀ ਰੋਟੀ ਖਾ ਲੂੰਗਾ ਔਰ ਮੈਂ ਸੁੱਕੀ ਰੋਟੀ ਵੀ ਖਾ ਲੂੰਗਾ, पर लेकिन मेरे बच्चे सेफ एंड सिक्योर्ड रहें, मेरा परिवार सेफ एंड सिक्योर्ड रहे। तो उस चीज वास्ते जिहड़ी है सरकार की जिम्मेवारी है, वो सरकार नूं उहदे ते सुहिरदता नाल विचार करके काम करना है। बिल्कुल डॉक्टर साहब, मुहल्ला क्लीनिक नूं किवें देखदे हो? क्योंकि मुहल्ला क्लीनिक तुहानूं नहीं लगता कि जो मुहल्ला क्लीनिक जिस तरीके नाल आम आदमी क्लीनिक का जिहड़ा नाम दिते ने कि वाकई वो इस टाइम लोड़ सीगी सगों पंजाब की? चलो ये मन्निया कि उन्होंने तस्वीर लग गई, चलो ये मन्निया उन्होंने सांझ केंद्र भी तो बंद ही पे सी। जे सांझ केंद्र वाली बिल्डिंग नूं कन्वर्ट कर दिता गया मुहल्ला क्लीनिक च, तुहानूं नहीं लगता कि विरोधी शायद इत्थे जिहड़ा रौला पा रहे ने ਤਾਂ ਇਹ ਮੁਹੱਲਾ ਕਲੀਨਿਕ ਜਿਹੜਾ ਇਹ ਹੈਲਥ ਨੂੰ ਲੈ ਕੇ ਜਿਹੜੀ ਜਿਸ ਤਰੀਕੇ ਨਾਲ ਸਰਕਾਰ ਸੰਜੀਦਗੀ ਨਾਲ ਚੱਲ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਸਗੋਂ 2024 ਤੇ 2027 ਚ ਜਾਂ ਤਾਂ ਇਹ ਮੁਹੱਲਾ ਕਲੀਨਿਕ ਇਸ ਸਰਕਾਰ ਨੂੰ ਬਹੁਤ ਉੱਪਰ ਲੈ ਜਾਣਗੇ ਅਗਰ ਵਾਕਈ ਮੇਨਟੇਨ ਕਰ ਸਕੇ, ਅਗਰ ਚੰਗੇ ਡਾਕਟਰਸ ਉੱਥੇ ਰਿਕਰੂਟ ਕਰ ਸਕੇ,
ਜਾਂ ਇਹੀ ਮੱਲਾ ਕਲੀਨਿਕ ਹੋ ਸਕਦਾ ਹੈ ਕਿ ਇਹ ਸਰਕਾਰ ਦੀ ਗਲੇ ਦੀ ਹੱਡੀ ਬਣ ਜਾਣ? ਜੀ ਸੁਰਿੰਦਰ ਜੀ, ਮੈਨੂੰ ਯਾਦ ਹੈ ਬ੍ਰਹਮਿੰਦਰਾ ਜੀ ਉਸ ਟਾਈਮ ਤੇ ਸਿਹਤ ਮੰਤਰੀ ਸਨ, ਤੇ ਮੈਂ ਪ੍ਰਾਇਮਰੀ ਹੈਲਥ ਸੈਂਟਰਸ ਦੇ ਵਿੱਚ ਮਸ਼ੀਨਾਂ ਦੇਖੀਆਂ ਡਾਇਲਿਸਿਸ ਦੀਆਂ, ਜਿਨ੍ਹਾਂ ਦੇ ਉੱਤੇ ਕੱਪੜਾ ਪਾ ਕੇ ਰੱਖਿਆ ਗਿਆ ਸੀਗਾ, ਤੇ ਇਹਨਾਂ ਕੋਲ ਟੈਕਨੀਸ਼ੀਅਨ ਨਹੀਂ ਸੀ ਹੁੰਦੇ ਡਾਇਲਿਸਿਸ ਕਰਨ ਵਾਸਤੇ। ਲੋਕ ਬਾਜ਼ਾਰਾਂ ਦੇ ਵਿੱਚ ਪ੍ਰਾਈਵੇਟ ਦੇ ਵਿੱਚ 3-3000 ਰੁਪਏ ਨੂੰ ਹੈਮੋਡਾਇਲਿਸਿਸ ਕਰਾਉਂਦੇ ਆ, ਔਰ ਜਦ ਕਿ ਇਹਨਾਂ ਹਸਪੀਟਲਸ ਦੇ ਵਿੱਚ ਉਹ ਪ੍ਰਾਈਵੇਟਲੀ ਸਰਕਾਰੀ ਹਸਪੀਟਲਾਂ 'ਚ ਉਹ ਮੁਫਤ ਕਰਾ ਸਕਦੇ। ਸੋ ਅੱਜ ਦੀ ਡੇਟ ਵਿੱਚ ਇਸ ਚੀਜ਼ ਦੇ ਵਿੱਚ ਜ਼ਰੂਰ ਇਜ਼ਾਫਾ ਹੋਇਆ, ਵਧੀਆ ਹੋਇਆ ਹੈਗਾ ਕੰਮ। ਸੋ ਮੁਹੱਲਾ ਕਲੀਨਿਕਸ ਦੇ ਨਾਲ ਮੈਂ ਇਹ ਸਮਝਦਾ ਕਿ ਘੱਟੋ ਘੱਟ ਨਾ ਸੀ ਕਿ ਪਿੰਡ ਇੱਕ ਐਸਾ ਡਾਕਟਰ ਤਾਂ ਗਿਆ ਜਿਹੜਾ ਘੱਟੋ ਘੱਟ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਕੁਛ ਨਾ ਕੁਛ ਸਹੂਲਤ ਤਾਂ ਮਿਲੀ। ਹੁਣ ਇਹਦੇ ਤੇ ਇਹ ਖਾਲੀ ਪਏ ਸੀ, ਆਪਾਂ ਨੂੰ ਪਤਾ ਸਾਂਝ ਕੇਂਦਰ ਸੀ ਸਾਰੇ, ਇਹਨਾਂ ਦੇ ਵਿੱਚ ਗਊਆਂ ਵੀ ਫਿਰਦੀਆਂ ਸੀ, ਪਾਥੀਆਂ ਵੀ ਲੋਕਾਂ ਦੀਆਂ ਪੱਤੀਆਂ ਹੋਈਆਂ ਸੀਗੀਆਂ, ਦੇ ਵਰ ਆਲ ਕਲੋਜ਼ਡ। ਤੇ ਉੱਥੇ ਮਤਲਬ ਕਿ ਜੇ ਇਹਨਾਂ ਨੇ ਕੁਝ ਕੀਤਾ, ਚਲੋ ਫੋਟੋ ਲੱਗ ਗਈ, ਦੈਟਸ ਅ ਡਿਫਰੈਂਟ ਇਸ਼ੂ, ਪਰ ਐਟਲੀਸਟ ਲੋਕਾਂ ਨੂੰ ਕੁਝ ਸੇਵਾ ਤਾਂ ਮਿਲ ਰਹੀ ਹੈ। ਕਿਉਂਕਿ ਅਸੀਂ ਵੀ ਦੇਖੋ ਰੈੱਡ ਕਰਾਸ ਵੱਲੋਂ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਹਰ ਪਿੰਡ ਦੇ ਵਿੱਚ ਇੱਕ ਛੋਟੀ ਛੋਟੀ ਡਿਸਪੈਂਸਰੀ ਬਣ ਸਕੇ, ਕਿਉਂਕਿ ਆਪਾਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਪਿੰਡੂ ਡਾਕਟਰ ਨੇ ਜਿਹੜੇ ਕੁਆਲੀਫਾਈਡ ਨਹੀਂ ਹੈਗੇ, ਉਹ ਵਿਚਾਰੇ ਬਹੁਤ ਮੌਕੇ ਐਮਰਜੈਂਸੀਜ਼ ਨੂੰ ਹੈਂਡਲ ਕਰਦੇ ਨੇ ਜ਼ਰੂਰ। ਉਹਨਾਂ ਨੂੰ ਚਾਹੇ ਉਹਨਾਂ ਕੋਲ ਲਾਇਸੈਂਸ ਨਹੀਂ ਹੈਗੇ, ਚਾਹੇ ਕੁਆਲੀਫਾਈਡ ਨਹੀਂ ਹੈਗੇ, ਪਰ ਫਿਰ ਵੀ ਮੈਂ ਉਹਨਾਂ ਦੀ ਸੇਵਾ ਦੀ ਕਦਰ ਕਰਦਾ ਕਿ ਉਹ ਮੌਕਾ ਸਹਾਰਦੇ ਆ ਲੋਕਾਂ ਦਾ, ਗਰੀਬ ਲੋਕਾਂ ਦਾ, ਜਿਨ੍ਹਾਂ ਕੋਲ ਉੱਥੇ MBBS ਡਾਕਟਰਸ ਨਹੀਂ ਹੈਗੇ ਪਿੰਡਾਂ ਜਿੱਥੇ, ਉੱਥੇ ਉਹ ਮੌਕਾ ਸਹਾਰਦੇ ਨੇ। ਪਰ ਜੇ ਉੱਥੇ ਮੁਹੱਲਾ ਕਲੀਨਿਕ ਖੁੱਲ ਵੀ ਗਏ ਜਾਂ ਆਮ ਆਦਮੀ ਪਾਰਟੀ ਦੇ ਕਲੀਨਿਕਸ ਖੁੱਲ ਗਏ ਨੇ, ਇੱਕ ਬਹੁਤ ਮੈਂ ਸਮਝਦਾ ਕਿ ਵਧੀਆ ਗੱਲ ਹੈ, ਕੋਈ ਇਹਦੇ ਚ ਮਾੜਾ ਨਹੀਂ ਹੈਗਾ। ਹੁਣ ਮੈਂ ਬੇਨਤੀ ਇਹ ਵੀ ਤੁਹਾਡੇ ਮਾਧਿਅਮ ਤੋਂ ਕਰੂੰਗਾ ਕਿ ਇੱਕ ਹੋਮਿਓਪੈਥਿਕ ਪ੍ਰਣਾਲੀ ਹੈ ਜਿਹਨੂੰ ਕਿ ਅਸੀਂ ਸੈਕੰਡ ਲਾਈਨ ਟ੍ਰੀਟਮੈਂਟ ਤੌਰ ਤੇ WHO ਨੇ ਵੀ ਦਰਜਾ ਦਿੱਤਾ। ਹੁਣ ਜਿੱਥੇ ਕੇਂਦਰ ਸਰਕਾਰ ਆਯੁਰਵੇਦ ਨੂੰ ਪ੍ਰਮੋਟ ਕਰ ਰਹੀ ਹੈ ਤੇ ਹੋਮਿਓਪੈਥੀ ਨੂੰ ਵੀ ਪ੍ਰਮੋਟ ਕਰ ਰਹੀ ਹੈ ਨਾਲ ਨਾਲ, ਤੇ ਪੰਜਾਬ ਦੇ ਵਿੱਚ ਸਰਕਾਰ ਦੀਆਂ 150 ਡਿਸਪੈਂਸਰੀਆਂ ਇਸ ਵੇਲੇ ਬਿਨਾਂ ਡਾਕਟਰਾਂ ਤੋਂ ਨੇ, ਜਿੱਥੇ ਕਿ ਡਾਕਟਰ ਰਿਟਾਇਰ ਹੋ ਗਏ ਨੇ ਔਰ ਡਾਕਟਰ ਜਾ ਚੁੱਕੇ ਨੇ, ਪੋਸਟਾਂ ਖਾਲੀ ਪਈਆਂ ਨੇ। ਇਹਨਾਂ ਪੋਸਟਾਂ ਨੂੰ ਵੀ ਭਰਨ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ। ਜਿਹੜੀਆਂ ਤੁਹਾਡੇ ਕੋਲ ਪੋਸਟਾਂ ਆਲਰੇਡੀ ਐਗਜ਼ਿਸਟ ਕਰਦੀਆਂ ਨੇ, ਉਹਨਾਂ ਪੋਸਟਾਂ ਨੂੰ ਤਾਂ ਤੁਸੀਂ ਭਰੋ, ਘੱਟੋ ਘੱਟ। ਨਵੀਆਂ ਤਾਂ ਚਲੋ ਠੀਕ ਹੈ, ਤੁਸੀਂ ਜਦੋਂ ਕ੍ਰੀਏਟ ਕਰੋਗੇ ਉਹ ਬਾਅਦ ਦੀ ਗੱਲ ਹੈ, ਪਰ ਜਿਹੜੀਆਂ ਤੁਹਾਡੇ ਕੋਲ ਪੋਸਟਾਂ ਪਈਆਂ ਨੇ ਉਹਨਾਂ ਨੂੰ ਭਰਨਾ ਚਾਹੀਦਾ। ਬੱਚੇ ਜਿਹੜੇ ਨੇ ਕੁਆਲੀਫਾਈ ਕਰਕੇ ਅੱਜ ਫੀਲਡ ਦੇ ਵਿੱਚ ਫਿਰਦੇ ਨੇ, ਉਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ। ਸੋ ਇਹ ਮੈਂ ਸਮਝਦਾ ਸੁਰਿੰਦਰ ਜੀ, ਇਹ ਅੱਛਾ ਹੀ ਕੰਮ ਹੈ, ਮਾੜਾ ਨਹੀਂ ਹੈ, ਪਰ ਠੀਕ ਹੈ, ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਹਾਂ, ਜਿੱਥੇ ਜਿੱਥੇ ਕਿਤੇ ਜਿਵੇਂ ਹੁਣ ਵੱਡੇ ਕੋਈ ਕੇਂਦਰ ਚੱਲ ਰਹੇ ਸੀ, PSC ਚੱਲ ਰਿਹਾ ਸੀ, ਉਹਨੂੰ ਤੋੜ ਕੇ ਬੰਦ ਕਰਕੇ ਉੱਥੇ ਮੁਹੱਲਾ ਕਲੀਨਿਕ ਬਣਾਉਣਾ, ਉਹ ਗਲਤ ਗੱਲਾਂ ਸੀਗੀਆਂ। ਉਹਨਾਂ ਤੇ ਵਾਕਈ ਅਸੀਂ ਵੀ ਉਹਦੇ ਤੇ ਆਬਜੈਕਸ਼ਨ ਕਰਦੇ ਰਹੇ ਹਾਂ, ਆਵਾਜ਼ ਉਠਾਉਂਦੇ ਰਹੇ ਹਾਂ ਕਿ ਐਦਾਂ ਨਹੀਂ ਹੋਣਾ ਚਾਹੀਦਾ। ਜਿਹੜੀ ਚੀਜ਼ ਪਹਿਲਾਂ ਡਿਵੈਲਪਡ ਹੈ ਉਹਨੂੰ ਖਰਾਬ ਕਰਕੇ, ਬੰਦ ਕਰਕੇ ਉਹਨੂੰ ਛੋਟਾ ਕਰਨਾ ਨਹੀਂ ਅੱਛਾ ਲੱਗਦਾ। ਛੋਟੀ ਚੀਜ਼ ਨੂੰ ਵੱਡੀ ਕਰੋ, ਜੇ ਅਸੀਂ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਾਂ, ਛੋਟੀ ਚੀਜ਼ ਨੂੰ ਵੱਡੀ ਕਰੋ। ਡਾਕਟਰ ਸਾਹਿਬ, ਤੁਸੀਂ ਵੀ ਡਾਕਟਰ ਹੋ, ਤੇ ਜਿਹੜੀ ਆਨਲਾਈਨ ਕੰਸਲਟੇਸ਼ਨ ਹੈ, ਆਪਾਂ ਅਕਸਰ ਦੇਖਦੇ ਹਾਂ, ਹਾਲਾਂਕਿ ਪ੍ਰਾਈਵੇਟ ਇਹੋ ਜਿਹੇ ਬੜੇ ਨੇ ਜਿਹੜੀ ਕਿ ਆਨਲਾਈਨ ਕੰਸਲਟੇਸ਼ਨ ਦਿੰਦੀ ਹੈ, ਡਾਕਟਰਾਂ ਦਾ ਪੈਨਲ ਹੁੰਦਾ ਉੱਥੇ ਕਿ ਤੁਸੀਂ ਆਨਲਾਈਨ ਡਾਕਟਰ ਨਾਲ ਉੱਥੇ ਸਲੋਟ ਫਿਕਸ ਕਰ ਸਕਦੇ ਹੋ, ਉਹਦੀ ਤੁਹਾਨੂੰ ਕੁਝ ਮਤਲਬ ਚਾਰਜਿਸ ਲੈਂਦੇ ਨੇ। ਕੀ ਇੱਥੇ ਸਰਕਾਰ ਉਸ ਪੱਖੀ ਵਾਲੇ ਪਾਸੇ ਨਹੀਂ ਸੋਚ ਸਕਦੀ? ਹਾਲਾਂਕਿ ਇੱਧਰ ਆਮ ਆਦਮੀ ਜਿਵੇਂ ਕਲੀਨਿਕ ਵੀ ਨੇ, ਜਿਹੜੇ ਡਾਕਟਰ ਨਹੀਂ ਪਿੰਡਾਂ 'ਚ ਜਾ ਸਕਦੇ, ਉਹਨਾਂ ਦੇ ਇਸ ਤਰੀਕੇ ਨਾਲ ਬਣਾਇਆ ਜਾਏ, ਕਿਉਂਕਿ ਅੱਜ ਕੱਲ੍ਹ ਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜੇ ਸਰਕਾਰ ਸੋਸ਼ਲ ਮੀਡੀਆ ਸਰਕਾਰ ਬਣਾ ਸਕਦਾ ਹੈ ਤੇ ਸਰਕਾਰ ਦੇਖ ਸਕਦਾ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਵੀ ਸਰਕਾਰ ਨੂੰ ਸਗੋਂ ਗੌਰ ਕਰਨਾ ਚਾਹੀਦਾ? ਸੁਰਿੰਦਰ ਜੀ, ਮੈਂ ਇੱਥੇ ਇੱਕ ਪੁਆਇੰਟ ਆਪਣਾ ਪੱਖ ਰੱਖੂੰਗਾ, ਇਹ ਮੇਰਾ ਨਿੱਜੀ ਪੱਖ ਹੈ। ਮੈਂ ਹਾਲਾਂਕਿ ਪੰਜਾਬ ਦੀ ਸਟੇਟ ਐਥੀਕਲ ਕਮੇਟੀ ਦਾ, ਹੋਮਿਓਪੈਥਿਕ ਕਾਉਂਸਲ ਦੀ ਜਿਹੜੀ ਹੈਗੀ ਮਿਨਿਸਟਰੀ ਆਫ ਮੈਡੀਕਲ ਐਜੂਕੇਸ਼ਨ ਦੀ, ਉਹਦਾ ਮੈਂ ਚੇਅਰਮੈਨ ਵੀ ਹਾਂ। ਤੇ ਮੈਂ ਇੱਕ ਪੱਖ ਇਹ ਰੱਖੂੰਗਾ ਕਿ ਜਿਹੜੀ ਆਨਲਾਈਨ ਕੰਸਲਟੇਸ਼ਨ ਹੈ, ਬੇਸ਼ੱਕ ਅਸੀਂ ਇਹਨੂੰ ਅਦਾਲਤਾਂ ਨੇ ਵੀ ਉਹਨੂੰ ਮਾਨਤਾ ਦਿੱਤੀ ਹੈਗੀ ਆ, ਪਰ ਲੇਕਿਨ ਜੋ ਮਰੀਜ਼ ਨੂੰ ਤੁਸੀਂ ਦੇਖ ਕੇ ਸਾਹਮਣੇ ਬਿਠਾ ਕੇ ਪੁੱਛ ਕੇ ਗੱਲ ਕਰਕੇ ਉਹਦੀ ਨਬਜ਼ ਦੇਖ ਕੇ ਉਹਦੀ ਮਰਜ਼ ਨੂੰ ਸਮਝ ਸਕਦੇ ਹੋ, ਉਹ ਸ਼ਾਇਦ ਉਹ ਆਨਲਾਈਨ ਤੁਸੀਂ ਨਹੀਂ ਸਮਝ ਸਕਦੇ। ਪਹਿਲੀ ਗੱਲ। ਦੂਸਰਾ ਪੁਆਇੰਟ, ਜਿਹੜੀ ਆਨਲਾਈਨ ਕੰਸਲਟੇਸ਼ਨ ਆ, ਉਹਦੇ ਤੇ ਡਾਕਟਰ ਟੂ ਡਾਕਟਰ ਡਿਸਕਸ਼ਨ ਕਰ ਸਕਦਾ, ਪ੍ਰੋਪਰ ਰਾਏ ਲੈ ਸਕਦਾ, ਪਰ ਲੇਕਿਨ ਮਰੀਜ਼ ਤੋਂ ਜਿਹੜੀ ਗੱਲ ਕਢਾਣੀ ਆ ਜਾਂ ਮਰੀਜ਼ ਦੀ ਗੱਲ ਜਿਹੜੀ ਸਮਝਣੀ ਆ, ਉਹਦੀ ਰੂਬਰਿਕ ਨੂੰ, ਉਹਦੇ ਸਿੰਪਟਮ ਨੂੰ ਸਮਝ ਕੇ ਅੱਗੋਂ ਪੇਸ਼ ਕਰਨਾ, ਜਿਹੜਾ ਉਹ ਕੁਆਲੀਫਾਈਡ ਬੰਦਾ ਹੀ ਕਰ ਸਕਦਾ ਹੈ। ਉਹਦੇ ਵਿੱਚ ਮੈਂ ਸਮਝਦਾ ਕਿ ਪਿੰਡਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਕਿ ਇੰਨੇ ਸਾਧਨ ਨਹੀਂ ਹਨ, ਲੋਕ ਇੰਨੇ ਪੜ੍ਹੇ ਲਿਖੇ ਨਹੀਂ ਹਨ, ਸੋ ਉਹ ਆਪਣਾ ਜਿਹੜਾ ਦੁੱਖ ਹੈ ਉਹ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਪਾਉਂਦੇ। ਉੱਥੇ ਡਾਕਟਰ ਨੂੰ ਉੱਥੋਂ ਦੀ ਲੈਂਗੁਏਜ ਨੂੰ ਸਮਝਣਾ ਪੈਂਦਾ, ਉੱਥੋਂ ਦੀ ਉਹਦੀ ਜਿਹੜੀ ਉਹਦੇ ਸਿੰਪਟਮਸ ਨੇ, ਜਾਂ ਪੇਸ਼ੈਂਟ ਜਿਵੇਂ ਕਈ ਸਾਡੇ ਕੋਲ ਮਰੀਜ਼ ਆਉਂਦੇ ਆ, ਉਹ ਗਰਦਨ ਤੇ ਹੱਥ ਰੱਖੇ ਹੁੰਦੇ ਆ, ਬੀਬੀਆਂ ਦੇ ਗਰਦਨ ਤੇ ਹੱਥ ਰੱਖ ਕੇ ਕਹਿਣਗੇ ਭਾਈ ਮੇਰੀ ਗੁਰਦੇ ਬਹੁਤ ਦੁਖਦੇ ਆ। ਹੁਣ ਜੇ ਤਾਂ ਅਸੀਂ ਉਹਦੀ ਗੱਲ ਸੁਣ ਕੇ ਇਕੱਲਾ ਫੋਨ ਤੇ ਜਾਂ ਅਸੀਂ ਮਤਲਬ ਉਹਦੇ ਵੱਲ ਨਾ ਦੇਖੀਏ ਤੇ ਨੋਟ ਕਰੀਏ, ਤਾਂ ਅਸੀਂ ਲਿਖਾਂਗੇ ਪੇਨ ਇਨ ਦੀ ਕਿਡਨੀ ਰੀਜਨ ਜਾਂ ਰੀਨਲ ਰੀਜਨ।
ਜਦੋਂ ਇਹ ਹੱਥ ਦੇਖੀ ਦੇ ਹੱਥ ਗਰਦਨ ਤੇ ਪਾਏ ਹੁੰਦੇ ਆ, ਤੇ ਗਰਦਨ ਤੇ ਗੁਰਦੇ 'ਚ ਬੀਬੀਆਂ ਨੂੰ ਪਤਾ ਨਹੀਂ ਹੁੰਦਾ ਕਿ ਕੀ ਫਰਕ ਹੈ। ਸੋ ਐਕਚੁਅਲੀ ਉਹਨਾਂ ਨੂੰ ਸਰਵਾਈਕਲ ਸਪੌਂਡੀਲਾਈਟਿਸ ਹੁੰਦਾ। ਸੋ ਦਿਸ ਇਜ਼ ਦ ਵੇ ਕਿ ਜਿਹਦੇ ਕਰਕੇ ਜਿਹੜੀ ਆਨਲਾਈਨ ਕੰਸਲਟੇਸ਼ਨ ਹੈ, ਮੈਂ ਉਹਦੇ ਬਹੁਤਾ ਹੱਕ 'ਚ ਨਹੀਂ ਹੈਗਾ, ਪਰ ਲੇਕਿਨ ਠੀਕ ਹੈ, ਇੱਕ ਸਿਸਟਮ ਹੈਗਾ। ਹਾਂ, ਪ੍ਰਮੋਟ ਕਰ ਰਹੀ ਹੈ ਗਵਰਨਮੈਂਟ ਉਹਨੂੰ, ਲੇਕਿਨ ਉਹਦੇ 'ਚ ਕੀ ਹੈ ਕਿ ਜਿਵੇਂ ਕੁਆਲੀਫਾਈਡ ਬੰਦਾ, ਜਿਹੜਾ ਪੜ੍ਹਿਆ ਲਿਖਿਆ ਬੰਦਾ, ਜਿਹੜਾ ਮੈਡੀਕਲ ਸਾਇੰਸ ਨੂੰ ਸਮਝਦਾ ਹੈ, ਉਹ ਉਹਦੇ 'ਚ ਅਗਲੇ ਸੀਨੀਅਰ ਡਾਕਟਰ ਦੇ ਨਾਲ ਕੋਈ ਕੰਸਲਟ ਕਰਨਾ ਚਾਹੁੰਦਾ, ਦੈਟ ਕੈਨ ਬੀ ਪੋਸੀਬਲ। ਡਾਕਟਰ ਸਾਹਿਬ, ਅਖੀਰਲੀ ਸਵਾਲ, ਕਿਉਂਕਿ ਡਾਕਟਰ ਖਿੱਤੇ ਨਾਲ ਜੁੜਿਆ ਹੋਇਆ ਹੈ, ਕਿ ਇਹ ਬਹੁਤ ਵੱਡਾ ਗੈਪ ਨਹੀਂ ਹੈ? ਸਰਕਾਰ ਜਿਹੜੀ ਪੈਕੇਜ ਦਿੰਦੀ ਹੈ ਇੱਕ ਡਾਕਟਰ ਨੂੰ, ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੋ ਡਾਕਟਰ ਨੂੰ ਪੈਕੇਜ ਮਿਲਦਾ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤਾਂ ਹੀ ਕਰਕੇ ਸ਼ਾਇਦ ਸਰਕਾਰ ਵਾਲੇ ਪਾਸੇ ਡਾਕਟਰਾਂ ਦਾ ਝੁਕਾਵ ਨਹੀਂ ਹੁੰਦਾ। ਤਾਂ ਹੀ ਕਰਕੇ ਡਾਕਟਰਸ ਦੀ ਜਿਹੜੀ ਸਰਕਾਰੀ ਡਾਕਟਰਾਂ ਦੀ ਜਿਹੜੀ ਵੈਕੈਂਸੀਜ਼ ਖਾਲੀ ਪਈਆਂ ਰਹਿੰਦੀਆਂ, ਨਹੀਂ ਤਾਂ ਲੋਕ ਸਰਕਾਰੀ ਨੌਕਰੀਆਂ ਭਾਲਦੇ ਨੇ ਜੀ। ਸੁਰਿੰਦਰ ਜੀ, ਇੱਥੇ ਜਿਹੜਾ ਮੇਰਾ ਭਾਈਚਾਰਾ ਹੈਗਾ ਡਾਕਟਰਾਂ ਦਾ, ਉਹ ਤੁਹਾਡੇ ਮੇਰੇ ਇਸ ਡਿਸਕਸ਼ਨ ਨੂੰ ਸੁਣ ਕੇ ਸ਼ਾਇਦ ਮੇਰਾ ਬਹੁਤ ਵੱਡਾ ਵਿਰੋਧ ਕਰੇਗਾ, ਕਿਉਂਕਿ ਮੈਂ ਇੱਕ ਸੱਚ ਕਹਿਣ ਲੱਗਿਆ ਤੁਹਾਡੇ ਚੈਨਲ ਤੇ। ਉਹ ਸੱਚ ਇਹ ਹੈ ਕਿ ਪ੍ਰਾਈਵੇਟ ਵੱਡੇ ਹਸਪੀਟਲ ਜਿਹੜੇ ਨੇ, ਉਹਨਾਂ ਨੂੰ MBBS ਨਹੀਂ, ਉਹਨਾਂ ਨੂੰ HR ਚਲਾ ਰਹੇ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ MBA ਕਰਕੇ HR ਬਣ ਜਾਂਦੇ ਨੇ। ਉਹ MBA ਚਲਾ ਰਹੇ ਨੇ, MBBS ਨਹੀਂ ਚਲਾ ਰਹੇ। ਵੱਡੇ ਹਸਪੀਟਲ ਦੇ ਵਿੱਚ ਡਾਕਟਰਸ ਨੂੰ ਪੈਕੇਜ ਦਿੱਤਾ ਜਾਂਦਾ ਫॉर ਬਿਜ਼ਨਸ, ਨਾਟ ਫॉर ਟ੍ਰੀਟਮੈਂਟ। ਉਹਨਾਂ ਨੂੰ ਕਿਹਾ ਜਾਂਦਾ ਕਿ ਸਾਡਾ ਹਸਪੀਟਲ ਦੇ ਵਿੱਚ ਡਾਇਲਿਸਿਸ ਦੀਆਂ 5 ਮਸ਼ੀਨਾਂ ਨੇ, ਔਰ ਇਹ ਮਸ਼ੀਨਾਂ ਇੰਨੇ ਕਰਜ਼ੇ ਤੇ ਨੇ, ਇਹਦੇ 'ਚ ਜੇ ਇੰਨੇ ਮਰੀਜ਼ ਤੁਸੀਂ ਮਹੀਨੇ ਦੇ ਵਿੱਚ ਕੱਢੋਗੇ ਤਾਂ ਸਾਡਾ ਇੰਨਾ ਕਰਜ਼ਾ ਲੈਂਦਾ, ਤੇ ਤੁਹਾਨੂੰ 2 ਲੱਖ ਰੁਪਇਆ ਮਹੀਨਾ ਜਾਂ 5 ਲੱਖ ਰੁਪਇਆ ਮਹੀਨਾ ਤਾਂ ਅਸੀਂ ਤੁਹਾਨੂੰ ਦੇ ਸਕਦੇ ਜੇ ਤੁਸੀਂ ਇੰਨਾ ਟਾਰਗੇਟ ਪੂਰਾ ਕਰੋਗੇ। ਉਹ ਟਾਰਗੇਟ ਦੇ ਲਈ ਜਿੰਨੀ ਅਨਐਥੀਕਲ ਪ੍ਰੈਕਟਿਸ ਵੱਡੇ ਹਸਪੀਟਲਾਂ ਦੇ ਵਿੱਚ ਪ੍ਰਾਈਵੇਟ ਡਾਕਟਰ ਕਰ ਰਹੇ ਨੇ, ਮਾਫ ਕਰਨਾ, ਅੱਜ ਸਾਡਾ ਭਾਈਚਾਰਾ ਮੇਰੇ ਇਸ ਗੱਲ ਤੋਂ ਦੁਖੀ ਹੋ ਕੇ ਮੇਰੇ ਖਿਲਾਫ ਵੀ ਹੋਏਗਾ, ਲੇਕਿਨ ਮੈਂ ਸੱਚ ਹੈ, ਔਰ ਇਹ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਬਣਦਾ, ਕਿਉਂਕਿ ਮੈਂ ਇੱਕ ਐਥੀਕਲ ਕਮੇਟੀ ਦਾ ਚੇਅਰਮੈਨ। ਔਰ ਇਹ ਅਸੀਂ ਆਮ ਦੇਖਦੇ ਹਾਂ, ਸਾਡੇ ਕੋਲ ਕੰਪਲੇਂਟਸ ਆਉਂਦੀਆਂ ਨੇ, ਵੱਡੇ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਉਲਝਾਇਆ ਜਾਂਦਾ। ਇੱਕ ਬਿਮਾਰੀ ਤੋਂ ਮਰੀਜ਼ ਠੀਕ ਹੁੰਦਾ ਔਰ ਉਹਨੂੰ ਕਿਹਾ ਜਾਂਦਾ ਆ ਹਾਰਟ ਵਾਲਾ ਲਾ ਲਓ, ਮਾੜੀ ਜੀ ਚੈਸਟ 'ਚ ਪੇਨ ਹੋਈ ਨਹੀਂ ਤੇ ਚੱਲ ਬਈ ਐਨਜੀਓ ਚੱਲ, ਐਨਜੀਓਗ੍ਰਾਫੀ ਹੁੰਦੀ ਹੈ, ਨਾਲ ਦੀ ਨਾਲ ਐਨਜੀਓਪਲਾਸਟੀ ਹੋ ਕੇ ਤੇ ਸਟੰਟ ਪਾਏ ਜਾਂਦੇ ਨੇ। ਇਹ ਆਪਾਂ ਆਪ ਲੋਕਾਂ ਨਾਲ, ਸਾਡੇ ਨਾਲ ਬੀਤੇ ਹੋਏ ਨੇ। ਸਾਡੇ ਆਪਣੇ ਵੀ ਬੀਇੰਗ ਡਾਕਟਰ, ਜੇ ਮੇਰੇ ਛਾਤੀ 'ਚ ਦਰਦ ਹੋਵੇ ਤਾਂ ਮੇਰਾ ਡਰ ਲੱਗਦਾ ਮੈਨੂੰ ਕਿ ਮੈਂ ਪ੍ਰਾਈਵੇਟ ਜਾਵਾਂ। ਮੈਂ ਪ੍ਰੈਫਰ ਕਰਦਾ ਕਿ ਮੈਂ PGI ਜਾਂ ਸਿਵਲ ਹਸਪੀਟਲ ਜਾਂ ਕਿਸੇ ਜਿਹੜਾ ਸਰਕਾਰੀ ਅਦਾਰੇ ਦੇ ਵਿੱਚ ਜਾਵਾਂ। तो सरकारी अदारे ਦੇ ਵਿੱਚ ਕੀ ਹੈ, ਪਤਾ ਹੁੰਦਾ ਕਿ ਉੱਥੇ ਕੋਈ ਅਨਐਥੀਕਲ ਕੰਮ ਨਹੀਂ ਹੋਣਾ, ਉੱਥੇ ਤਨਖਾਹ ਮਿਲਣੀ ਹੈ ਡਾਕਟਰ ਨੂੰ ਸਰਕਾਰ ਵੱਲੋਂ, ਉਸ ਤੋਂ ਬਾਅਦ ਉਹ ਕੋਈ ਹੇਰਾਫੇਰੀ ਕਰ ਨਹੀਂ ਸਕਦਾ। ਇਸ ਲਈ ਮੈਂ ਵੀ ਜਦੋਂ ਕਿਤੇ ਸਾਡੇ ਕੋਲ ਪੇਸ਼ੈਂਟ ਕੋਈ ਆਉਂਦਾ, ਜੇ ਕਿਤੇ ਰੈਫਰ ਵੀ ਕਰਨਾ ਹੋਵੇ ਤਾਂ ਅਸੀਂ ਸਰਕਾਰੀ ਅਦਾਰੇ 'ਚ ਹੀ ਕਰਦੇ ਹਾਂ, ਪ੍ਰਾਈਵੇਟ ਵੱਲ ਅਸੀਂ ਕਦੇ ਨਹੀਂ ਰੈਫਰ ਕਰਦੇ ਹੈਗੇ। ਇੱਕ ਬਹੁਤ ਵੱਡਾ ਮਾਫੀਆ ਹੈਗਾ ਇਹ, ਔਰ ਇਹਦੇ ਤੇ ਸਰਕਾਰ, ਇੱਧਰ ਨੂੰ ਸਰਕਾਰ ਦਾ ਧਿਆਨ ਵੀ ਹੈ ਨਹੀਂਗਾ, ਔਰ ਇਟ ਇਜ਼ ਟੋਟਲੀ ਰਿਕਗਨਾਈਜ਼ਡ ਮਾਫੀਆ ਆਲ ਓਵਰ ਵਰਲਡ। ਮੈਂ ਮਹਿਸੂਸ ਕਰਦਾ, ਆਪਾਂ ਕੋਵਿਡ ਦੇ ਟਾਈਮ ਤੇ ਵੀ ਦੇਖਿਆ ਹੈਗਾ ਸਰ। तो ਇਹ ਇੱਕ ਬਹੁਤ ਵੱਡੀ ਦੁਖਾਂਤ ਹੈ, ਸਾਡਾ ਇੱਕ ਹੈਲਥ ਸੈਕਟਰ ਦੇ ਵਿੱਚ ਬਹੁਤ ਵੱਡਾ ਦੁਖਾਂਤ ਹੈ। ਔਰ ਇਸ ਦੁਖਾਂਤ ਦਾ ਜਿਹੜਾ ਇਹਦੀ ਜੜ ਹੈ, ਇਹ ਕੱਲੀ ਸੂਬਾ ਸਰਕਾਰ ਨਹੀਂ ਕਰ ਸਕਦੀ, ਵੱਢ ਸਕਦੀ, ਇਹਨੂੰ ਸੈਂਟਰ ਸਰਕਾਰ ਨੂੰ ਇੱਕ ਨੋਰਮਸ ਬਣਾਉਣੇ ਪੈਣਗੇ। ਔਰ ਉਹਨਾਂ ਅਨਾਉਂਸ ਬਣੇ ਵੀ ਹੋਏ ਨੇ, ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਉਹਨੂੰ ਐਨਫੋਰਸ ਨਹੀਂ ਕੀਤਾ ਜਾਂਦਾ ਹੈਗਾ ਪ੍ਰੋਪਰ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪਦੀ ਬੇਬਾਕ ਰਾਏ ਰੱਖੀ ਤੇ ਮੇਰੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਆਪਦਾ ਕੀਮਤੀ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਡਾਕਟਰ ਪਰਮਜੀਤ ਸਿੰਘ। ਵਾਕਈ ਪ੍ਰਾਈਵੇਟ ਹਸਪਤਾਲਾਂ ਤੇ ਲੈ ਕੇ ਬਹੁਤ ਵੱਡੇ ਸਵਾਲ ਵੀ ਖੜੇ ਕਰ ਦਿੱਤੇ, ਤੇ ਨਾਲ ਹੀ ਮੁਹੱਲਾ ਕਲੀਨਿਕ ਨੂੰ ਲੈ ਕੇ ਵੀ ਬਹੁਤ ਵੱਡੀ ਗੱਲ ਕਹੀ। ਕਹਿੰਦੇ ਵਾਕਈ ਜ਼ਰੂਰਤ ਹੈ ਇਸ ਟਾਈਮ। ਖੈਰ, ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਪਿਆਉਣ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।